ਦੁਨੀਆ ਪਾਗਲ ਹੋਈ ਪਈ ਹੈ ਸੋਚਾਂ ਚਿੰਤਾ ਝੋਲਿਆਂ ਦੇ ਵਿੱਚ, ਪਰ ਆਨੰਦ ਇੱਕੇ ਹੀ ਘਰ ਚੋਂ ਮਿਲਦਾ ਹੈ, ਉਹ ਹੈ ਗੁਰੂ ਨਾਨਕ ਦਾ ਘਰ। ਤੇਰਾ ਘਰ ਆਨੰਦ ਵਡਾਈ ਤੁਧ ਘਰ। ਤੇ ਗੁਰੂ ਨਾਨਕ ਦੇ ਘਰ ਜਾਣ ਵਾਸਤੇ ਤੁਹਾਡੇ ਕੋਲ ਖਰਚਾ ਵੀ ਚਾਹੀਦਾ, ਜਹਾਜ਼ ਵੀ ਚਾਹੀਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਸ ਘਰ ਵਿੱਚ ਪਹੁੰਚਣਾ ਹੈ ਉਹਨਾਂ ਨੂੰ ਸਿਮਰਨ ਕਰਨਾ ਪੈਣਾ, ਜਿਹੜਾ ਆਪਾਂ ਕਰਦੇ ਨਹੀਂ ਕਦੇ। ਤੇ ਮਹਾਰਾਜ ਕਹਿੰਦੇ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਹੈ, ਜੋ ਗੁਰਮੁਖ ਨਾਮ ਅਲਾਏ ਰਾਮ, ਜਿਨ੍ਹਾਂ ਦੀ ਬੰਦਗੀ ਦਿਨੇ ਰਾਤ ਚੱਲ ਰਹੀ ਹੈ। ਇਸ ਕਰਕੇ ਆਓ ਮਹਾਰਾਜ ਜੀ ਦੇ ਪਾਵਨ ਬਚਨਾਂ ਦੇ ਸੁੰਦਰ ਬਚਨ ਆਉਣੇ ਹੈ। आज नेम सतगुरु प्यार करके लियाए है ते आपां सारिਆਂ ਨੂੰ ਪਾਉਣਾ, ਕਿਉਂਕਿ ਉਹਨਾਂ ਨੂੰ ਤਾਂ 1477 ਦੇ ਕਰੀਬ ਪਵਾਇਆ ਸੀ, ਕਿਉਂਕਿ ਮਹਾਰਾਜ ਦੀ ਉਮਰ 8-9 ਵਰ੍ਹਿਆਂ ਦੀ ਹੈ। 1469 ਦਾ ਪ੍ਰਕਾਸ਼ ਹੈ, 1 ਘੱਟ 70 ਤੇ 8 78। ਤੋ ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਤੁਸੀਂ ਪਿਆਰ ਵਾਲੇ ਨਾਮ ਅਭਿਆਸੀ ਸੇਵਾਦਾਰ ਗੁਰੂ ਘਰ ਦੇ ਪ੍ਰੇਮੀ ਸੰਗਤਾਂ ਸ਼ਰਧਾ ਵਸ ਹੋ ਕੇ ਗਰਮੀ ਦੇ ਵਿੱਚ ਮਹਾਰਾਜ ਦੇ ਘਰ ਨੂੰ ਤੁਰ ਕੇ ਆਏ ਹੋ, ਸਤਿਗੁਰੂ ਤੁਹਾਡੀ ਯਾਤਰਾ ਸਫਲ ਕਰਨ। ਅਰਦਾਸ ਕਰਕੇ ਤੁਰੀਏ ਕਿ ਮਹਾਰਾਜ ਅੱਜ ਜਿਹੜੀ ਚੀਜ਼ ਤੁਸੀਂ ਵਰਤਣੀ ਹੈ ਤੇ ਸਾਨੂੰ ਵੀ ਦੇ ਦਿਓ ਕਿਰਪਾ, ਕਿਉਂਕਿ ਅਰਦਾਸ ਬੜੀ ਵੱਡੀ ਚੀਜ਼ ਹੈ। ਸਿੱਖ ਅਰਦਾਸ ਤੋਂ ਬਿਨਾਂ ਕਿਸੇ ਕੰਮ ਦਾ ਮਹਾਂਪੁਰਖ ਕਹਿੰਦੇ ਜਿਸ ਸਿੱਖ ਦੇ ਕੋਲ ਕੋਠੀ ਹੈ, ਗੱਡੀ ਹੈ, ਦੌਲਤ ਹੈ, ਨੌਕਰੀ ਹੈ, ਬੱਚੇ ਹੈ, ਪਰ ਅਰਦਾਸ ਨਹੀਂ, ਉਹ ਖਾਲੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਕਿਰਪਾ ਕਰਨ ਜੀ। ਆਓ 2-4 ਮਿੰਟ ਸਿਮਰਨ ਰੂਪੀ ਅਰਦਾਸ ਕਰਕੇ ਅੱਜ ਮਹਾਰਾਜ ਸਾਹਿਬ ਜੀ ਤਿਆਰ ਕਰਕੇ ਲਿਆਏ ਆ। ਕੱਲ ਮਹਾਰਾਜ ਨੇ ਆਪਾਂ ਨੂੰ ਕਿਹਾ ਸੀ ਕਿ ਭਾਈ ਤਿਆਰੀ ਕਰਕੇ ਆਇਓ ਨਹਾ ਧੋ ਕੇ, ਕਿਉਂਕਿ ਜਦੋਂ ਜਨੇਊ ਪਾਇਆ ਜਾਂਦਾ ਸੀ ਤੇ ਪਹਿਲਾਂ ਇਸ਼ਨਾਨ ਕਰਾ ਕੇ ਕੇਸੀ ਤੇ ਕਈ ਕੁਝ ਪੰਡਤ ਕਰਦੇ ਸੀ, ਜਿੱਦਾਂ ਆਪਾਂ ਬੱਚੀ ਦੇ ਵਿਆਹ 'ਚ ਤੇਲ ਪਾਉਣੇ, ਮਹਿੰਦੀ ਲਾਉਣੇ, ਵੇਸਣ ਲਾਈਦਾ ਐਰਾ ਵਗੈਰਾ ਤਿਆਰੀ ਕਰਨ ਵਾਸਤੇ। ਇਸੇ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਪਹਿਲਾਂ ਸੱਚਾ ਹੋਏ ਸੱਚਾ ਬੈਠਾ ਆਏ, ਕਿਉਂਕਿ ਮੇਰਾ ਸਤਿਗੁਰੂ ਸੱਚਾ ਹੈ ਨਾ। ਤੇ ਮਹਾਰਾਜ ਕਹਿੰਦੇ ਕੋਸ਼ਿਸ਼ ਕਰੀ ਆਪਣੇ ਆਪ ਨੂੰ ਸੱਚਾ ਲੈ ਕੇ ਆਈ। ਤੇ ਮਹਾਂਪੁਰਖ ਭਜਨ ਵੀ ਕਰਦੇ ਹੁੰਦੇ ਸੀ, ਬਾਬਾ ਅਤਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਵੀ। ਜਦੋਂ ਵੀ ਗੁਰੂ ਘਰ ਨੂੰ ਤੁਰਨਾ ਇੱਕ ਸਲੋਕ ਵੀ ਹੈ, ਕਬੀਰ ਸਾਧੂ ਕੋ ਮਿਲਨੇ ਸਾਥ ਨਾਹੀ ਜੈ ਹੋਏ। ਇਹਦੇ ਅਰਥ ਕਈ ਵਿਦਵਾਨ ਇਹ ਵੀ ਕਰ ਦਿੰਦੇ ਆ ਵੀ 4-5 ਭੈਣਾਂ ਭਰਾ ਦਾ ਵੀ ਇਕੱਠੇ ਗੁਰਦੁਆਰੇ ਚੱਲੀਏ, ਇਕੱਲਿਆਂ ਕੀ ਜਾਣਾ। ਪਰ ਇਹਦੇ ਅਰਥ ਡੂੰਘੇ ਇਹ ਹੈ ਕਿ ਸਾਥ ਨਾ ਲਿਖਿਆ ਹੋਏ, ਕਿ ਜਦੋਂ ਤੇਰੀ ਰੂਹ ਨੇ ਗੁਰੂ ਘਰ ਆਉਣਾ ਹੈ ਤੇ ਤੇਰੀ ਰੂਹ ਰਿਲੈਕਸ ਹੋ ਕੇ ਆਵੇ, ਤੇਰੀ ਰੂਹ ਨੂੰ ਕੋਈ ਚਿੰਤਾ ਨਾ ਹੋਵੇ, ਕੋਈ ਰੂਹ ਤੇਰੀ ਦੀ ਮੰਗ ਨਾ ਹੋਵੇ, ਕੋਈ ਰੂਹ ਤੇਰੀ ਦਾ ਕਿਸੇ ਨਾਲ ਵੈਰ ਨਾ ਹੋਵੇ। ਕਈ ਵਾਰੀ ਇੱਦਾਂ ਹੁੰਦਾ ਵੀ ਆਪਾਂ ਕਿਸੇ ਨਾਲ ਮਾੜਾ ਹੋਣ ਚੁੱਕਦੀ ਤੇ ਉਹ ਸਾਹਮਣੇ ਪੈ ਜਾਂਦਾ ਤੇ ਬੰਦਾ ਸਾਰੀ ਕਥਾ ਦੇ ਅੰਦਰ ਉਹੀ ਬੇਸਿਕ ਭੁੱਲੀ ਹੁੰਦਾ ਹੈ। ਇਹ ਤਾਂ ਬਾਰੇ ਨੇ ਸ਼ਬਦ ਵਰਤਿਆ ਵਾ ਕਿ ਜਦੋਂ ਵੀ ਸੰਗਤ ਵਿੱਚ ਆਉਣਾ, ਗੁਰੂ ਘਰ ਆਉਣਾ ਤੇ ਸਾਥ ਨਹੀਂ ਲਿਆਉਣਾ ਕਿਸੇ ਨਾਲ। ਹੁਣ ਆਪਣੇ ਨਾਲ ਬੜੀਆਂ ਫੌਜਾਂ ਆਈਆਂ, ਤੁਹਾਨੂੰ ਪਤਾ ਆਪਣੇ ਨਾਲ ਕਾਮ ਆਇਆ, ਸਭ ਤੋਂ ਵੱਡਾ ਦੁਸ਼ਮਣ ਬੰਦੇ ਦਾ, ਦੂਜਾ ਕ੍ਰੋਧ, ਤੀਜਾ ਲੋਭ ਵੀ ਆਇਆ, ਚੌਥਾ ਮੋਹ ਤੇ ਪੱਕਾ ਹੀ ਰਹਿੰਦਾ। ਇਹ ਨਹੀਂ ਖੜਾ ਛੱਡਦਾ ਕਿ ਮਹਾਰਾਜ ਮੇਰੇ ਬੱਚੇ ਰਾਜੇ ਇਹ ਮੋਹ ਹੈ, ਮੈਨੂੰ ਵੀ ਮਾਰੇ ਖੁੱਲਾ ਗੁਰਫਾ ਦੇ ਦੇ ਕਿ ਮੈਂ ਸਾਰੀ ਜ਼ਿੰਦਗੀ ਲੋਕਾਂ ਤੋਂ ਮੰਗਣਾ, ਇਹ ਮੋਹ ਹੈ। ਤੇ ਮੇਰੇ ਕਬੀਰ ਸਾਹਿਬ ਕਹਿੰਦੇ ਜਦੋਂ ਵੀ ਆਉਣਾ ਆਪਣੇ ਪਿਆਰੇ ਕੋ ਨਾ ਰਿਲੈਕਸ ਹੋ ਕੇ ਖਾਲੀ ਹੋ ਕੇ ਆਈ, ਕਿਉਂਕਿ ਭਾਂਡਾ ਖਾਲੀ ਹੋਵੇ ਤੇ ਫਿਰ ਭਰ ਜਾਂਦਾ। ਹੁਣ ਦੁੱਧ ਲੈਣ ਗਏ ਤੇ ਥੱਲੇ ਭਾਂਡੇ ਦੇ ਵਿੱਚ ਪਹਿਲਾਂ ਹੀ ਲੱਸੀ ਪਾਈ ਹੈ ਤੇ ਹੁਣ ਦੁੱਧ ਕਿੱਥੇ ਪਾਵਾਂਗੇ, ਜਾਂ ਭਾਂਡੇ ਦੇ ਵਿੱਚ ਪਹਿਲਾਂ ਹੀ ਆਟਾ ਵਾ ਤੇ ਉਹਦੇ 'ਚ ਵੀ ਨਹੀਂ ਦੁੱਧ ਪੈਣਾ, ਖਾਲੀ ਭਾਂਡਾ ਹੋਵੇ ਤੇ ਭਰੂਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਕਹਿੰਦੇ ਸਾਧੂ ਕੋ ਮਿਲਣੇ, ਸਾਧੂ ਜਦੋਂ ਆਖਿਆ ਸੰਗਤ ਨੂੰ,
ਇਹਨੇ ਜਦੋਂ ਵੀ ਸੰਗਤ ਵਿੱਚ ਜਾਣਾ ਸਾਥ ਨਾ ਲੀਜੈ, ਰਸਤੇ ਦੇ ਵਿੱਚ ਬਹੁਤ ਘੱਟ ਯਤਨ ਕਰੀ, ਗੱਲਾਂ ਨਹੀਂ ਕਰਨੀ। ਵਾਹਿਗੁਰੂ ਤੁਹਾਡੇ ਸੱਚੇ ਪਾਤਸ਼ਾਹ ਕਿਰਪਾ ਕਰੇ। ਅੱਜ ਨਾ ਔਰਾ ਏਦਾਂ ਦਾ ਹੀ ਹੈ, ਇੱਕ ਕਿਤੇ ਕਿਤੇ ਗੁਰੂ ਸਾਹਿਬ ਕਿਰਪਾ ਹੱਥ ਰੱਖ ਕੇ ਕਰਦੇ, ਕਿਉਂਕਿ ਅੱਜ ਆਪਾਂ ਸੱਚ ਪੁੱਛੋ ਤੇ ਅਮਰਤ ਹੀ ਛਕਣਾ। ਜਿੱਦਾਂ ਅਮਰਤ ਛਕਣਾ ਹੋਵੇ ਨਾ, ਫਿਰ ਪਹਿਲਾਂ 5 ਕਕਾਰ ਪਾਏ ਹੁੰਦੇ ਆ, ਹਾਂਜੀ, ਫਿਰ ਕੇਸਾਂ 'ਚ ਪਾਣੀ ਪਾਇਆ ਹੁੰਦਾ ਤੇ ਬੰਦੇ ਨੂੰ ਚਾਅ ਬੜਾ ਹੁੰਦਾ, ਬੜਾ ਚਾਅ ਹੁੰਦਾ। ਜਿੱਦਾਂ ਕਹਿੰਦੇ ਕਿ ਕੋਈ ਪਰਦੇਸੀ ਵਿਚਾਰਿਆਂ ਨੂੰ ਉਹ ਕਿਸੇ ਦੇ ਸੀਰੀ ਲੱਗੇ ਸੀ ਭਈਆ ਤੇ ਭਈਆ, ਉਹ ਸਾਰਾ ਹੀ ਪਰਿਵਾਰ ਗੁਰਮੁਖ ਸੀ ਤੇ ਲਵ ਯੂ ਇਹਨੂੰ ਸੰਗਤਾਂ ਨੂੰ ਇੰਨੇ ਪਿਆਰੇ ਪ੍ਰੇਮ ਦੇ ਸੱਦੇ ਵਾਲਿਆਂ ਨੂੰ ਵੀ ਅੱਜ ਸਾਡੇ ਘਰ ਇੱਕ ਭਈਆ ਇਹ 15 ਜੀਆਂ ਨੂੰ ਹਿੰਦੀ ਬੁਲਾਉਂਦਾ। ਉਹ ਅਸੀਂ ਪੰਜਾਬੀ ਨਹੀਂ ਸਿਖਾ ਸਕਦੇ, ਉਹਨੂੰ ਇਹ ਕਹੀਦਾ ਹਮ ਕੋ ਤੁਮ ਕੋ ਕਰਕੇ। ਫਿਰ ਤੁਹਾਡੇ ਬੱਚੇ ਜਦੋਂ ਜਾਣਾ ਬਾਹਰ ਕੈਨੇਡਾ ਅਮਰੀਕਾ, ਅਗਲੇ ਪਹਿਲਾਂ ਪੇਪਰ ਲੈਂਦੇ ਕਿ ਇਹਨਾਂ ਨੂੰ ਸਾਡੀ ਲੈਂਗੁਏਜ ਆਉਂਦੀ, ਇਹ ਸਾਡੇ ਕੋਲ ਆ ਕੇ ਸਾਡੀ ਬੋਲੀ 'ਚ ਸਾਡੇ ਨਾਲ ਗੱਲ ਕਰ ਸਕਦੇ। ਬੈਂਡ ਦਾ ਮਤਲਬ ਕੀ ਹੈ? ਇੰਟਰਵਿਊ, ਕਿ ਤੁਹਾਡੇ ਬੱਚੇ ਗੋਰਿਆਂ ਨਾਲ ਗੱਲਬਾਤ ਕਰਨ ਜੋਗੇ ਹੋ ਗਏ ਹੈ, ਵੀਜ਼ਾ ਲੱਗ ਸਕਦਾ ਹੈ। ਫਿਰ ਜਿਹੜੇ ਦੇਸ਼ ਇਟਲੀ ਜਾਓਗੇ ਇਟਾਲੀਅਨ, ਇਸੇ ਤਰ੍ਹਾਂ ਵੱਖੋ ਵੱਖਰੀ ਭਾਸ਼ਾ ਤੁਹਾਨੂੰ ਪਹਿਲਾਂ ਪੜ੍ਹਨੀ ਪੈਣੀ। ਜੇ ਪੜ੍ਹਨੀ ਨਾ ਆਈ ਤਾਂ ਫਿਰ ਕੁਝ ਫਾਇਦਾ ਨਹੀਂ। ਪਰ ਆਪਣੇ ਦੇਸ਼ ਵਿੱਚ ਗੁਰਮੁਖੀ ਭਾਸ਼ਾ ਸਾਡੀ ਮਾਂ ਹੈ। ਸਾਡੇ ਘਰਾਂ ਦੇ ਵਿੱਚ ਇੱਕ ਭਈਆ ਤੇ ਸਾਰਾ ਪਰਿਵਾਰ ਹਿੰਦੀ ਪਿਆ ਬੋਲੇ, ਅਸੀਂ ਇੱਕ ਨੂੰ ਪੰਜਾਬੀ ਨਹੀਂ ਸਿਖਾ ਸਕਦੇ, ਕਿਉਂਕਿ ਸਾਡੇ ਸਿਖਾਉਣ ਦੀ ਭਾਵਨਾ ਮੁੱਕਦੀ ਜਾਂਦੀ ਹੈ। ਹਰ ਬੰਦਾ ਸਿਖਾ ਕੇ ਨਹੀਂ ਕੋਈ ਰਾਜੀ ਕਿਸੇ ਨਾ ਕਿਸੇ ਕੇ ਰਾਜੀ। ਸਿੱਖ ਦੀ ਡੈਫੀਨੇਸ਼ਨ ਇਹ ਆਪਾਂ ਸਿੱਖ ਹਾਂ ਨਾ ਸਾਰੇ, ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਹੇ, ਜਿਹੜਾ ਵੀ ਕੋਈ ਇਹਨੂੰ ਗੱਲ ਦੱਸੇ ਉਹਨੂੰ ਪ੍ਰਵਾਨ ਕਰ ਲਏ ਆਪਣੇ ਅੰਦਰ। ਇਸ ਕਰਕੇ ਮਹਾਰਾਜ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ। ਉਹ ਨਾ ਅੰਮ੍ਰਿਤਧਾਰੀ ਪਰਿਵਾਰ ਸੀ ਤੇ ਉਹਨਾਂ ਦੇ ਵਿੱਚ ਉਹ ਪਰਦੇਸੀ ਆਏ ਹੋਏ ਤੇ ਉਹਨਾਂ ਨੂੰ ਰੰਗ ਚੜ ਗਿਆ। ਵੇਖੋ ਜਿਨ੍ਹਾਂ ਦੇ ਕਰਮ ਜਾਗੇ ਅੰਮ੍ਰਿਤ ਛਕਣ ਚਲੇ ਗਏ। ਮੈਂ ਕਈ ਵਾਰੀ ਸੁਣਾਉਣਾ ਹੁੰਦਾ ਤੁਹਾਨੂੰ ਹਸਾਉਣ ਵਾਸਤੇ। ਤੇ ਜਦੋਂ ਉਹਨੂੰ ਅੰਮ੍ਰਿਤ ਛਕਾਇਆ ਗਿਆ ਤੇ ਉਹ ਤਾਂ ਉਹਨਾਂ ਇੰਨਾ ਛਕਾਉਣਾ ਛਕਾਤਾ, ਉਹ ਪਰਦੇਸੀ ਸੀ, ਭੋਲੀ ਸੀ। ਉਹ ਜਾ ਕੇ ਕਹਿੰਦੇ ਰੇ ਬਾਬਾ ਮੇਰੇ ਕੋ ਔਰ ਦੇ ਦੋ ਨਾ। ਉਹ ਕਹਿੰਦੇ ਕਿਉਂ? ਛਕ ਲਿਆ ਕਰ, ਕਹਿੰਦੇ ਮੀਠਾ ਬਹੁਤ ਲੱਗਦਾ ਹੈ। ਪਿਆਰ ਸੀ ਨਾ ਅੰਦਰੋਂ ਡੁੱਲ ਕੇ। ਸਾਨੂੰ ਤੇ ਕੋਈ ਨਾਲ ਨਾ ਲਿਆਵੇ ਤਾਂ ਵੀ ਜੀ ਮੂੰਹ ਫੜ ਕੇ ਪਾਇਆ ਜਾਂਦਾ। ਤਾਂ ਕਿਧਰ ਅੜਕ ਹੋ ਗਏ ਨਾ, ਮਸਾਲਾ ਦੇਣ ਲੱਗੇ 5-6 ਜਣੇ ਦਿੰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਹੈ। ਆਪਾਂ ਅੱਜ ਸਾਰੇ ਗੁਰੂ ਸਾਹਿਬ ਦੀ ਤਿਆਰੀ ਕਰਕੇ ਆਏ, ਨਹਾ ਧੋ ਕੇ। ਮਹਾਰਾਜ ਅੱਜ ਸਾਨੂੰ ਵੀ ਛਕਾ ਦੇਗਾ। ਅੱਜ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਨੂੰ ਅੰਮ੍ਰਿਤ ਛਕਾਉਣਾ। ਤੁਹਾਨੂੰ ਪਤਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਮਹਾਰਾਜ ਨੇ ਕਹਿਣੀਆਂ, ਇਹ ਬਾਣੀ ਹੈ ਤੇ ਬਾਣੀ ਦੇ ਵਿੱਚੋਂ ਅੰਮ੍ਰਿਤ ਪੈਦਾ ਹੋਇਆ। ਦਰਅਸਲ ਜਨੇਊ ਦੀ ਥਾਂ ਤੇ ਸ੍ਰੀ ਸਾਹਿਬ ਤੇ ਮਹਾਰਾਜ ਨੇ ਉਦੋਂ ਹੀ ਰੱਬ ਕਰਦੀ ਸੀ ਜਿੱਦਾਂ ਦੇ ਸ਼ਲੋਕ ਉਚਾਰਦਾ ਸੀ। ਇਹਨਾਂ ਸੀ ਥੋੜਾ ਜਿਹਾ ਟਾਈਮ ਲੱਗਣਾ ਸੀ ਜੇ ਬਾਣੀ ਨੂੰ ਲਿਆਉਣ ਵਾਸਤੇ। ਪਹਿਲੇ ਜਾਮੇ 'ਚ ਨੀਂਹ ਰੱਖੀ, 10ਵੇਂ ਜਾਮੇ 'ਚ ਲੈਂਟਰ ਪਾਦਾ। ਪਹਿਲੇ ਜਾਮੇ 'ਚ ਬੂਟਾ ਲਾਇਆ, 10ਵੇਂ 'ਚ ਫਲਣਾ ਭਰ ਗਿਆ। ਸਰੂਪ ਖਾਲਸੇ ਦਾ ਆ ਗਿਆ, ਨਿਰਮਲ ਪੰਥ ਤੋਂ ਖਾਲਸਾ ਪੰਥ ਬਣ ਗਿਆ। 239 ਸਾਲ ਲੱਗੇ ਮਹਾਰਾਜ ਇਸ ਸਫ਼ਰ ਨੂੰ ਕਿ ਕਹਿ ਦਿਓ ਸਤਿਨਾਮ ਵਾਹਿਗੁਰੂ। ਅੱਜ ਪਿਆਰੇ ਖਤਰੇ ਹੋ ਕੇ ਚਲੋ, ਉਹਦਾ ਕਈਆਂ ਦਾ ਸੁਭਾਅ ਨਹੀਂ ਅੰਮ੍ਰਿਤ ਛਕਣ ਦਾ, ਪਰ ਜਿਹੜਾ ਅੱਜ ਛਕਾਉਣਾ ਇਹ ਜ਼ਰੂਰ ਛਕੇ। ਦੂਜਾ ਤੇ ਕਈਆਂ ਦੀ ਮਜਬੂਰੀ ਆ, ਕਈ ਵਿਚਾਰੇ ਅਜੇ ਕਹਿੰਦੇ ਬਾਬਾ ਸਲਾਹ ਸ਼ੁਰੂ ਕਰਦੇ, ਮਨ ਜਿਹਾ ਨਹੀਂ ਬਣਦਾ। ਉਹ ਪਤਾ ਨਹੀਂ ਕਿੱਦਾਂ ਬਣਨਾ, ਜਿੱਦਾਂ ਟਾਈਮ ਆ ਗਿਆ ਉਦੋਂ ਬਣਨਾ। ਤੇ ਕਈ ਵਿੱਚ ਐਸੇ ਵੀ ਪ੍ਰੇਮੀ ਹੈਗੇ ਜਿਹੜੇ ਕਹਿੰਦੇ ਬਾਬਾ ਜੀ ਸਾਡੇ ਅੰਦਰ ਹੀ ਆ। ਆਖੋ ਇਹ ਬੜਾ ਸਥਾਨ ਹੈ ਬਾਬਾ ਜੀ ਅੰਦਰ ਹੀ ਅੰਮ੍ਰਿਤ ਸਾਡੇ। ਜਿਨ੍ਹਾਂ ਨੇ ਪਾਏ ਉਹ ਕਿਹੜਾ ਏਦਾਂ ਮੈਂ ਕਿਹਾ ਬਹਿ ਜਾ ਰਾਮ। ਠੀਕ ਹੈ, ਮੈਂ ਪ੍ਰਚਾਰ ਕਰ ਲੈਣਾ, ਮੈਂ ਮੰਦਾ ਸ਼ਬਦ ਬੋਲ ਲੈਣਾ, ਜਿਹੜੇ ਪਾ ਕੇ ਕ੍ਰੈਤ ਕਰਦੇ, ਪਰ ਇਹਦਾ ਮਤਲਬ ਇਹ ਨਹੀਂ ਵੀ ਪਾਉਣਾ ਹੀ ਨਹੀਂ। ਜੇ ਆਪਣੇ ਅੰਦਰ ਹੀ ਅੰਮ੍ਰਿਤ ਆ, ਆਪਾਂ ਨੂੰ ਆ ਛਕਣ ਦੀ ਲੋੜ ਨਹੀਂ। ਤੇ ਗੁਰੂ ਗੋਬਿੰਦ ਸਿੰਘ ਦੇ ਅੰਦਰ ਅੰਮ੍ਰਿਤ ਨਹੀਂ ਸੀ ਹੈਗਾ। ਮਾਲਕ ਸੀ ਦੁਨੀਆ ਦਾ, ਬੁੱਕ ਕਰਕੇ ਕਹਿੰਦਾ ਸੀ ਦਇਆ ਸਿੰਘਾ ਮੈਨੂੰ ਵੀ ਛਕਾ ਦਿਓ। ਇਹਦੇ ਮਹਾਰਾਜ ਬਣਾਉਣ ਵਾਲਾ ਤੂੰ, ਲਿਆਉਣ ਵਾਲਾ ਤੂੰ, ਛਕਾਉਣ ਵਾਲਾ ਤੂੰ, ਸਜਾਉਣ ਵਾਲਾ ਤੂੰ, ਤੇ ਅਸੀਂ ਕੀ? ਮਹਾਰਾਜ ਕਹਿੰਦੇ ਗੁਰੂ ਬਣ ਗਿਆ, ਹੁਣ ਚੇਲਾ ਵੀ ਬਣਾ ਦੇਗਾ। ਵਹਿ ਪ੍ਰਗਟਿਓ ਮਰਦ ਗਮੜਾ ਵਰਿਆਮ ਇਕੇਲਾ। ਵਾਹ 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 ਵਾਹ, ਤੋਂ ਗੁਰੂ ਵੀ ਨਿਕਲ
ਵਾਹਿਗੁਰੂ 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 ਤਿਆਰੀ ਆਪਣੀ ਕਰ ਲਿਓ ਤੇ ਵਾਰ-ਵਾਰ ਨਹੀਂ ਪ੍ਰਸੰਗ ਆਉਣਾ। 14 ਸਾਲਾਂ ਬਾਅਦ ਅੱਗੇ ਭੋਗ ਪਏ ਗਏ ਪੋਥੀਆਂ। ਜਿਹੜੀ ਇੱਕ ਵਾਰੀ ਕਥਾ ਉਚਾਰੀ ਗਈ ਇਹ ਬਾਅਦ ਵਿੱਚ ਕੀ ਉਹਦਾ ਕੀ ਬਣਨਾ। ਹੁਣ ਕਹਿੰਦੇ ਕਰੋਨਾ ਫੇਰ ਆਉਣਾ ਹੈ ਇਸ ਕਰਕੇ ਪਤਾ ਨਹੀਂ ਕਿਹੜੇ ਚ ਆਪਣੀ ਸੀਪ ਲੱਗ ਜਾਣੀ। ਤੋਂ ਬਾਅਦ ਇਹਦਾ ਲਾਹਾ ਲੈ ਲਓ ਕਹਿੰਦੇ ਨਾਮ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮੱਧ ਕੇ ਜਾਪੇ ਸਾਹ। ਤਾਂ ਕੋਈ ਨਹੀਂ ਕੱਲ ਦਾ ਕਬੀਰ ਕਾਲ ਕਰਤਾ ਅਗਨ ਕਰ ਇਹਦੇ ਦਿਲ ਕਰਦਾ ਨਾ ਸੰਗਤ ਵਿੱਚ ਆਉਣ ਨੂੰ। ਕਹਿ ਚੱਲ ਗਏ ਕੋਈ ਕਵੇ ਨਹੀਂ ਅੱਜ ਰਹਿਣ ਤੇ ਕੱਲ ਨੂੰ ਕੱਲ ਕਿੰਨੇ ਵੇਖਿਆ ਮੈਂ ਚੱਲਿਆ
बस इन्ना टाइम महाराज कहते हम आदमी हाँ एक नवी एक दम है ते आ गया ते आदमी हाँ एक बस। तो इस करके महाराज कहते ढिल नहीं करनी चाहिए। जिदा फ्लैट हो जिन्ने बजे की पहला ही घंटा जाना चाहिए, लेट हो गए तो मुड़ के रह जाएंगे। इस करके बाबे की कृपा के नाले वाहगुरू का जहाज भी दौड़ता है तो जेडे चढ़ गए तो चढ़ गए, जेडे रह गए तो रह गए। तो महाराज साहब कृपा करते हैं। वाहिगुरु साहिब जी सो निज रसना देहो सुनाई, सुनन चाह सब उर हर खाई। तो कहते पंडित हरदयाल जी को तो पता ही सारा सी संगत जी, इन्हों ने तो महाराज का नाम रखिया सी टेवा ला के। इन्हों ने कहा सी महता कल्याण चंद पटवारी साहब तेरे घर रब आ गया। पता तो पहला सी कि मेरी कई संगतां नूं मेरे नालों ज़्यादा इतिहास आउंदा। तुहानूं पता इत्थे वो स्रोते बैठे जिन्हों सारा इतिहास पता, पर उन्होंने च निमरता इन्नी है कदे शो नहीं होती। कई मेरे वर्गे जे किते कभी साखी बड़ी बाबा जी ये तो इदा नहीं सी, उतों पता लग जाता है बंदा अजे कूना है। ये छुलकदा ना जिहड़ा क्योंकि भरिया होए सो कबो कबो ना टुरदा। जिन्हां दे अंदर रंग लगा वो जवान नहीं फुटदे, ਉਹਦੇ ਕੋਈ ਕਹੇ ਤੇ ਤਾਂ ਵੀ ਨਹੀਂ ਭੇਦ ਦਿੰਦੇ। ਬਾਬਾ ਫਰੀਦ ਸਾਹਿਬ ਕਹਿੰਦੇ ਸਬਰ ਅੰਦਰ ਸਾਵਰੀ ਤਾਂ ਨਹੀਂ ਵਹਿ ਚੱਲੇ ਹੋਣ ਨਜੀਬ ਖੁਦਾਏ ਦੇ ਭੇਦ ਨਾ ਕਿਸੇ ਦੇਣ। ਅਸਲ ਵਿੱਚ ਜਿਹੜਾ ਬੰਦਾ ਰੰਗਿਆ ਹੋਇਆ ਨਾ ਉਹ ਕਦੇ ਹੀ ਨਹੀਂ ਡੋਲਦਾ। ਭਰੀ ਹੋਈ ਚੀਜ਼ ਡੋਲਦੀ ਕੱਟ, ਖਾਲੀ ਟਰਾਲੀ ਗੁੜਕੂਗੀ ਜਦੋਂ ਦਾਣਿਆਂ ਨਾਲ ਭਰ ਜੂਗੀ ਤੇ ਆਖਿਰ ਲੱਗੀ। ਇਸੇ ਤਰ੍ਹਾਂ ਕਹਿੰਦੇ ਕੋਈ ਫਕੀਰ ਬੰਦਗੀ वाला सी ते कोई राहगीर तुरया जावे, कहता फकीर जी पानी पीना है, कहते सामने खूह है जा पी ला। वो गया ते वो बाल्टी सुटे ते बाल्टी गुरूम करके भर के ते जो खिंचे ते पीन लगे ते बाल्टी च कुछ ना, फिर थले फिर उत्ते वो तां कलप गया। फकीर नूं जाके कहता की इस खूह दे विच कोई भूत प्रेत है कि मेरिया बावां रह गई बाल्टी भरती पर मेरे तक तो घुट नहीं आती। फकीर जाके रस्सा खिंच के कहता ओए भलिया बाल्टी का कसूर नहीं, कसूर तेरिया अखां दा है, तेनू नहीं पता बाल्टी का तो थल्ला ही नहीं हैगा। बाल्टी का कसूर साडा गुरु घर आउण दा नहीं, बाणी पढ़न दा नहीं, कथा सुनन दा नहीं, कसूर है कि साडा थल्ला नहीं हैगा कि असीं सुन लेंगे पढ़ लेंगे बचा नहीं सकते। रोटियां दो पता नहीं कितना भजदियां होण। इस करके फकीर हस्सिया कहते भी पानी भरदा भी है, खूह भी पानी नाल भरिया पर कसूर अखां दा जो बाल्टी तां खिंचदा विच नहीं वेंदा भी ਉਹਦਾ थल्ला नहीं हैगा, भर जाती ते नाल ही खाली हो जाती। असल विच थल्ला बनाउणा पैਣਾ। ਜਦੋਂ चीज़ का थल्ला साबित हो जाए तो फिर भर जाता भांडा। इसे करके अपने जी किते ना किते शेक ਆਪਾਂ पूरा लाहा लेने पर शेक कादे आ झूठ दे, चुगली दे, निंदिया दे, ईर्खा दे। ये मोहरियां ही नहीं होईयां पईयां। जिन्ने चिर नूं चपलां पा के दर्शनी जोड़ी तो बाहर निकली ना उन्ने चिर नूं भांडा खाली। फिर अगले दिन तैयारी पूरी करके मांज मूंज के आईदा। इस वेले रस आउंदा जदों निकलीदा घरे जांदे ताईं अगला भी वेख के कहता गुरु घरों आया मेरा मूँह ते नहीं लगदा गुरु घर वाला। उतों का जोड़ा आवे तो रंगिया होंदा ते चेहरे का रंग दसदा है कि सात धरती पई हरियावली जिते से जंद भरे हरियावले जिनी मेरा। इहदे जिन्हां नूं वाकई नानक मिल गया हरे हो जाते, हरे हो जाते। हरे जिदन तुसीं आपां सारे मैं भी हरे हो गए उदों पता लग जाना भी ये जुड़ गए। अजे तो कोई हाल नहीं, अजे तो अरदासां ही है भी महाराज किते ना किते जोड़ दिओ। किते ना होवे सुणदे सुणाउंदे टाइम मुक जे क़यामत का दिन आ गया रफ्ता रफ्ता मुलाकात का दिन बदलते बदलते। तुहाडे च बड़ी चढ़दी कला वालियां रूहां बैठियां। मैं कदर करदा है कि जदों कोई प्यार वाला मिलदा है वीर जी भरा आ शब्द तां बड़ी खुशी हुंदी है। वो तुहाडी अवस्था है, कोई चौथी क्लास च तुहाडे चों, कोई 10वीं क्लास च, कोई PhD। ये जिमें जिमें पानी चढ़ांगे ना उवें उवें पता लगना सिमरन की है, कितना सिमरन करीदा है, की अभ्यास है। किसी दिन ना मैनूं हुक्म होया संगत वालों इहदे बाबत भी विचार करनी है। इस करके ये पौड़ी उन्हां वास्ते जिहड़े BA वाले आ
ਜਿਨ੍ਹਾਂ ਨੇ ਰੱਬ ਨਾਲ ਗੱਲਾਂ ਕਰਨੀਆਂ ਉਹ ਇਸ ਚੀਜ਼ ਦਾ ਸਵਾਲ ਜਾਣਦੇ। ਆਪਾਂ ਤੇ ਜੀ ਸ਼ੁਰੂ ਵਾਲੇ ਆ ਤਾਂ ਕਿ ਮਗਰ ਖਿੱਚ ਕੁਝ ਕੇ ਲਿਜਾਣ ਵਾਲੇ ਆ। ਕੋ ਸਤਨਾਮ ਜਿੱਦਾਂ ਪ੍ਰੋਫੈਸਰ ਸਤਵੀਰ ਸਿੰਘ ਕਹਿੰਦੇ, ਮੈਂ ਆਪਣੇ ਬਾਪੂ ਨਾਲ ਪੱਠੇ ਲੈਣ ਜਾਂਦਾ ਸੀ ਤੇ ਇਹਦੇ ਬਾਪੂ ਨੇ ਮੈਨੂੰ ਗੱਡੇ ਤੇ ਬਿਠਾ ਦੇਣਾ, ਅੱਗੇ ਬਲਦ ਬੰਨ੍ਹ ਦੇਣਾ ਤੇ ਪਿੱਛੇ ਗੱਡੇ ਦੇ ਇੱਕ ਛੋਟਾ ਬਲਦ ਬੱਧਾ ਹੁੰਦਾ ਸੀ ਤੇ ਮੈਂ ਉਹਨੂੰ ਕਹਿਣਾ, ਬਾਪੂ ਗੱਡਾ ਇਹਨੇ ਖਿੱਚਣਾ ਤੇ ਪੱਠੇ ਵੀ ਇਹਦੇ ਲਿਆਉਣੇ ਤੇ ਆ ਜਿਹੜਾ ਮਗਰ ਬੱਧਾ ਇਹਨੂੰ ਕਾਹਤੋਂ ਬੱਧਾ, ਇਹਨੂੰ ਉਦਾਂ ਫਰੀ ਲੈ ਆਉਣੇ, ਫਰੀ ਲੈ ਜਾਂਦੇ। ਪਹਿਲਾਂ ਕਰਦੇ ਸੀ ਨਾ ਬਜ਼ੁਰਗ ਏਦਾਂ। ਉਹ ਕਹਿੰਦੇ ਪੁੱਤ ਇੰਨੇ ਬਿਰਧ ਹੋ ਜਾਣਾ ਤੇ ਆਉਣ ਵਾਲੀ ਵਾਰੀ ਇਹਦੀ ਹੈ ਤੇ ਇਹਨੂੰ ਸਿਖਾਉਂਦਾ ਆ ਵੀ ਰਸਤੇ ਦਾ ਪਤਾ ਲੱਗ ਜੇ ਫਿਰ ਸੰਪਾ ਲੈ ਜਾ ਕਰੂਗਾ। ਅਸਲ ਵਿੱਚ ਆਪਾਂ ਜੀ ਗੱਡੇ ਦੇ ਪਿਛਲੇ ਪਾਸੇ ਵਾਲੇ ਹਾਂ, ਅਗਲੇ ਪਾਸੇ ਦਾ ਸਤਿਗੁਰੂ ਆਪ ਹੀ ਕਿਰਪਾ ਕਰਕੇ ਲੱਗੇ ਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ। ਜਿਹੜਾ ਪਿੱਛੇ ਬੰਦਾ ਆ ਗਿਆ ਉਹ ਰੁਕ ਜਾਂਦਾ ਹੈ ਤੇ ਉਹ ਫਿਰ ਧੂ ਗਿਲ ਜਾਂਦਾ, ਲੱਤਾਂ ਖਿੱਚ ਕੇ ਆਪਾਂ ਉਹ ਆ ਜੇ ਘੜੀਸ ਕੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੰਡਤ ਹਰਦਿਆਲ ਜਾਣਦਾ ਸੀ, ਪਰ ਉਹਨੂੰ ਬੜਾ ਖੁਸ਼ੀ ਹੁੰਦੀ ਸੀ ਕਿ ਮਹਾਰਾਜ ਤੇਰੇ ਮੂੰਹੋਂ ਸੁਣਾ। ਹੁਣ ਕਈ ਸੰਗਤਾਂ ਨੇ ਮੇਰੇ ਤੋਂ ਜ਼ਿਆਦਾ ਮਿਹਨਤ ਕੀਤੀ, ਇਤਿਹਾਸ ਪਤਾ, ਪਰ ਪਿਆਰ ਕਰਦੇ ਕਿ ਨਹੀਂ ਜੀ ਤੁਹਾਡੇ ਮੁਖ ਤੋਂ ਸੁਣਨਾ। ਹੋਰ ਕੋਈ ਮੂਰਖਤਾ ਹੁੰਦਾ ਨਹੀਂ, ਏਦਾਂ ਪੜ੍ਹੇ ਲਿਖੇ ਪਰ ਪਿਆਰ ਹੁੰਦਾ ਇੱਕ। ਤੋ ਇਸ ਕਰਕੇ ਮਹਾਰਾਜ ਨੂੰ ਪੰਡਤ ਹਰਦਿਆਲ ਉਮਰ ਵਿੱਚ ਵੀ ਵੱਡਾ ਹੈ ਤੇ ਜਿਸ ਪੰਡਤ ਨੇ ਜਿੱਦਣ ਬਾਬੇ ਦਾ ਨਾਂ ਰੱਖਿਆ, ਬਾਬੇ ਨਾਲ ਵਚਨ ਕੀਤੇ ਸੀ ਤੇ ਉਦੋਂ ਅੱਖਾਂ ਭਰ ਕੇ ਘਰੇ ਜਾਂਦਾ ਰੋਇਆ ਸੀ। ਤੁਹਾਨੂੰ ਪਤਾ ਸਾਨੂੰ ਚੇਤਾ ਜੀ, ਜਦੋਂ ਘਰੇ ਗਿਆ ਤੇ ਘਰ ਵਾਲੀ ਕਹਿੰਦੀ ਜੀ ਅੱਗੇ ਤੇ ਕਿਸੇ ਦੇ ਬੇਟਾ ਹੋਵੇ ਤੁਹਾਡੇ ਹੱਥਾਂ 'ਚ ਮਠਿਆਈ ਹੁੰਦੀ, ਤੁਹਾਡੇ ਚਿਹਰੇ ਤੇ ਰੌਣਕ ਤੇ ਜੇਬ 'ਚ ਪੈਸੇ ਵੀ ਪਾਉਂਦੇ ਘਰ ਵਾਲੇ। ਅੱਜ ਕੀ ਗੱਲ ਹੈ, ਪਟਵਾਰੀ ਦੇ ਘਰ ਮੁੰਡਾ ਹੋਵੇ ਤੁਹਾਨੂੰ ਤਾਂ ਭੰਗੜਾ ਪਾਉਣਾ ਚਾਹੀਦਾ। ਏਡੇ ਵੱਡੇ ਘਰ 'ਚੋਂ ਤੁਸੀਂ ਅੱਜ ਨਾਮਕਰਨ ਰੱਖ ਕੇ ਆਏ ਜੇ। ਤੇ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਤੇ ਪੰਡਤ ਹਰਦਿਆਲ ਜੀ ਰੋਵੇ ਸੀ। ਆਪਣੀ ਪਤਨੀ ਨੂੰ ਕਹਿੰਦੇ, ਕਰਮਾਂ ਵਾਲੀਏ ਪਟਵਾਰੀ ਸਾਹਿਬ ਦੇ ਘਰ ਰੱਬ ਆਇਆ ਹੀ ਤੇ ਕਹਿੰਦੇ ਤੁਸੀਂ ਹੱਸੋ, ਰੋਂਦੇ ਕਾਹਤੋਂ ਹੈ? ਕਹਿੰਦਾ ਰੋਂਦਾ ਇਸ ਕਰਕੇ ਵੀ ਜਿੰਨੇ ਕੁ ਚਿਰ ਨੂੰ ਉਹਨੇ ਜਵਾਨ ਹੋਣਾ ਹੈ ਉਹਨੇ ਚਿਰ ਨੂੰ ਮੇਰੀ ਉਮਰ ਮੁੱਕ ਜਾਣੀ। ਤੇ ਮੇਰਾ ਦਿਲ ਤਾਂ ਹੁੰਦਾ ਹੈ ਕਿ ਮੇਰੀ ਲੰਮੀ ਉਮਰ ਹੋਵੇ ਤੇ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਨਾਨਕ ਸਾਹਿਬ ਜਦੋਂ ਕੌਤਕ ਕਰਨਗੇ ਮੱਝਾਂ ਵਾਲੇ, ਸੱਚੇ ਸੌਦੇ ਵਾਲੇ, ਮੋਦੀ ਖਾਨੇ ਵਾਲੇ, ਕਿਉਂਕਿ ਉਹਨੂੰ ਚਾਨਣ ਸੀ, ਬ੍ਰਹਮ ਗਿਆਨੀ ਸੀ ਪੰਡਤ ਹਰਦਿਆਲ। ਜਿਹੜੇ ਬ੍ਰਹਮ ਗਿਆਨੀ ਹੁੰਦੇ ਆਉਣ ਵਾਲਾ ਸਮਾਂ ਪਹਿਲਾਂ ਹੀ ਜਾਣ ਲੈਂਦੇ। ਉਹ ਇਸ ਕਰਕੇ ਉਹਨੂੰ ਪਤਾ ਸੀ ਵੀ ਇੰਨੇ ਸੋਹਣੇ ਸੋਹਣੇ ਕੌਤਕ ਕਰਨੇ ਕਿਹਨਾਂ ਨੂੰ ਕਿੱਦਾਂ ਵੇਖਾਂਗਾ, ਮੇਰੇ ਤੋਂ ਨਹੀਂ ਵੇਖੇ ਜਾਣੇ। ਇਸ ਕਰਕੇ ਹੁਣ ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਫਿਰ ਸਾਨੂੰ ਜਨੇਊ ਦੱਸੋ ਕਿਹੜਾ ਪਾਈਏ। ਕਰੋ ਤਿਆਰੀ ਤੁਸੀਂ ਵੀ ਸਾਰੇ ਸੰਗਤ ਜੀ, ਭੁੱਲ ਚੁੱਕ ਕਰਿਓ ਮਾਫ ਸਾਰੇ ਆਪੋ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, 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 ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਕਿਰਪਾ ਕਰਦੇ ਹਨ। ਕਮਲ ਬਦਨ ਪਨ ਵਚਨ ਬਕਾਨੇ, ਜਿਸ ਜਨੂ ਤੇ ਜਨ ਸਨਵਾਨੇ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੋਲੇ ਨਾ, ਮਹਾਰਾਜ ਦੇ ਮੁਖ ਚੋਂ ਫੁੱਲ ਗਿਰਦੇ ਫੁੱਲ। ਜਵਾਨ ਉਹੀ ਹੁੰਦੀ ਸਾਧ ਸੰਗਤ, ਕੋਈ ਮਿੱਠਾ ਬੋਲੇ ਤੇ ਅਗਲੇ ਨੂੰ ਸਕੂਨ ਮਿਲਦਾ। ਜਦੋਂ ਕੋਈ ਫਿੱਕਾ ਬੋਲਦਾ ਨਾ, ਆਪ ਵੀ ਸੜਦਾ ਹੈ ਤੇ ਅਗਲੇ ਨੂੰ ਵੀ। ਜਿੱਦਾਂ ਮੈਂ ਵਚਨ ਪਰਸੋਂ ਚੌਥ ਕੀਤਾ ਸੀ ਵੀ ਡੱਬੀ ਜਿਹੜੀ ਆ ਪਹਿਲਾਂ ਪਈ ਹੁੰਦੀ ਤੀਲ ਡੱਬੀ 'ਚ ਤੇ ਕੁਛ ਨਹੀਂ ਹੋਣੀ, ਜਦੋਂ ਆਪਾਂ ਕੱਢ ਕੇ ਤੇ ਰਗੜ ਕੇ ਚਲਾਈਦਾ ਤੇ ਸਰਲ ਦੀ ਆਵਾਜ਼ ਆਉਂਦੀ। ਪਹਿਲੋਂ ਆਪ ਸੜਦੀ ਹੈ, ਫਿਰ ਸਾਡੇ ਗੈਸ ਨੂੰ ਸਾੜਦੀ ਹੈ ਤੇ ਗੈਸ ਫਿਰ ਪਤੀਲੇ 'ਚ ਪਈ ਹੋਈ ਸਬਜ਼ੀ ਨੂੰ ਸਾੜਦੀ। ਇਸੇ ਤਰ੍ਹਾਂ ਮਹਾਂਪੁਰਖ ਕਹਿੰਦੇ ਜਿਹੜਾ ਫਿੱਕਾ ਬੋਲਣ ਵਾਲਾ ਹੈ, ਪਹਿਲਾਂ ਤਾਂ ਉਹਦਾ ਅੰਦਰ ਆਪ ਦਾ ਸੜਿਆ ਹੁੰਦਾ ਹੈ, ਫਿਰ ਅੱਗੇ ਜਿਹਨੂੰ ਬੋਲੂਗਾ ਉਹਨੂੰ ਸਾੜੂਗਾ। ਇਸ ਕਰਕੇ ਬਾਬੇ ਨੇ ਆਸਾ ਦੀ ਆਵਾਜ਼ ਤੇ ਕਿਹਾ, ਨਾਨਕ ਫਿੱਕੈ ਅਰਦਾਸ ਕਰਿਆ। ਮੈਂ ਵੇਖੋ ਤੁਹਾਨੂੰ ਕਥਾ ਸੁਣਾ ਰਿਹਾ, ਪਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਇੰਨੇ ਕੁ ਗਰਮ ਹੋ ਜਾਂਦੇ ਨਾ ਘਰੇਲੂ ਕੰਮ ਜਾਂ ਕਿਤੇ, ਉੱਥੇ ਵੱਸ ਨਹੀਂ ਰਹਿੰਦਾ। ਅਰਦਾਸ ਕਰਿਆ ਕਰੋ, ਸਤਿਗੁਰੂ ਅੱਜ ਭਲਕ ਕਰਕੇ ਕਿਤੇ ਮੇਰੀ ਵੀ ਛਪਰੀ ਪਾ ਦੇ, ਗੱਲ ਬਣ ਜਾਵੇ।
तो इस करके हमारे सच्चे पातशाह कृपा के दाते मेहर करते। जो कवि जी कहते कमल बदन गुण बचन बखाने जिस जंजू ते जन सन माने। महाराज जी के मुख जो इदा होया जिवें फुल्लां दी वर्खा हुई है। श्री मुख बाक श्लोक महला पहला। पहले पातशाह धन श्री गुरु नानक देव जी महाराज कृपा करते हैं। दया कपाह संतोख सूत जत गंडी सत वट। महाराज कहते हैं कपाह दया दी सूत संतोख दा जत दी गंढ ते सत दा वट। ਏ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਅਸਲ ਵਿੱਚ ਪੰਡਤ ਜੀ ਪੰਡਤ ਹਰਦਿਆਲ ਜੀ ਆ ਜਨੇਊ ਆ ਜੇ ਕਿਸੇ ਨੂੰ ਪਾਉਣਾ ਤੇ ਇਹ ਪਾ ਦਿਓ। ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ। ਮਹਾਰਾਜ ਕਹਿੰਦੇ ਨਾ ਤੇ ਇਹ ਟੁੱਟਦਾ ਜੇ ਨਾ ਇਹਨੂੰ ਮੈਲ ਹੀ ਲੱਗਦੀ ਹੈ ਤੇ ਨਾ ਇਹਨੂੰ ਆਗੀ ਸਾੜ ਸਕਦੀ ਹੈ। ਅੱਗੇ ਜਾ ਕੇ ਖੁੱਲ ਕੇ ਵਿਸਥਾਰ ਹੋਣਾ ਇਹਨਾਂ ਸ਼ਬਦਾਂ ਦਾ। ਮੈਂ ਸੂਖਮ ਕਰ ਰਿਹਾ ਕਿਉਂਕਿ ਪਹਿਲਾ ਮੁੱਖ ਵਾਕ ਦਾ ਸੂਖਮ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨਾ ਇਹ ਬੋਲੋ ਟੁੱਟੂਗਾ ਤੇ ਨਾ ਮੈਲਾ ਹੀ ਹੋਊਗਾ ਤੇ ਨਾ ਇਹਨੂੰ ਆਗੀ ਸਾੜ ਸਕੇਗੀ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਕੀ ਨਿਕਲਿਆ? ਮਹਾਰਾਜ ਕਹਿੰਦੇ ਉਹ ਧਾਨੀ ਹੈ, ਉਹ ਧਾਨੀ ਹੈ, ਉਹ ਜੀ ਬੋਲੋ ਉਹ ਉਹ ਕੌਣ? ਜਿਨ੍ਹਾਂ ਨੇ ਇਹ ਜਨੇਊ ਪਾਉਣਾ ਹੈ। ਤੇ ਮੇਰੇ ਅੱਖਾਂ ਦੇ ਸਾਹਮਣੇ ਇੱਕ ਸੂਰਤ ਆ ਰਹੀ ਹੈ ਜਿੰਨੇ ਸੱਚੀ ਮੈਨੂੰ ਲੱਗਦਾ ਤੁਹਾਨੂੰ ਸੁਣਾਵਾਂ, ਤੁਸੀਂ ਆਪ ਸੋਚ ਲਿਓ ਕਿ ਉਸ ਮਹਾਂਪੁਰਖ ਨੇ ਜਨੇਊ ਪਾਇਆ। 2 ਮਿੰਟ ਚ ਕਹਿ ਕੇ ਇਤਿਹਾਸ ਅੱਗੇ ਲਿਜਾਣਾ ਹੈ। ਇੱਕ ਵਾਰੀ ਸਾਰੇ ਕਿਰਪਾ ਕਰਿਓ ਜੀ। ਧਨ ਸੋ ਮਾਨਸ ਨਾਨਕਾ ਧਨ ਸੋ ਮਾਨਸ ਨਾਨਕਾ ਧਨ ਸੋ ਮਾਨਸ ਨਾਨਕਾ ਧਨ ਸੋ ਮਾਨਸ ਨਾਨਕਾ। ਜੋ ਗਲ ਚੱਲੇ ਪਾਏ 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 ਜੋ ਗਲ ਚੱਲੇ ਪਾਏ। ਸਾਰੇ ਹੱਥ ਜੋੜੋ ਆਖੋ ਜੀ ਧੰਨ ਧੰਨ ਬਾਬਾ ਕਰਮ ਸਿੰਘ ਜੀ ਪੋਤੀ ਮਰਦਾਨ ਵਾਲਾ। ਮਹਾਂਪੁਰਖਾਂ ਦਾ ਜੀਵਨ ਫੌਜੀ ਸੀ। ਪਾਣੀ ਬੜੀ ਪੜ੍ਹਦੇ ਸੀ, ਪੜ੍ਹਦੇ ਆਪਾਂ ਵੀ ਹਾਂ। 1857 ਨੂੰ ਗਦਰ ਹੋਇਆ। ਉਸ ਗਦਰ ਦੇ ਵਿੱਚ ਗੋਰਿਆਂ ਦਾ ਉਦੋਂ ਸਮਾਂ ਸੀ ਕਿਉਂਕਿ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਚਲੇ ਗਏ ਧਰਤੀ। 4 ਥੰਮ ਸੀ ਸਿੱਖ ਰਾਜ ਦੇ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਤੇ ਮਹਾਰਾਜਾ। ਚਾਰੇ ਥੰਮ ਡੇਗ ਤੇ ਗਦਾਰਾਂ ਨੇ ਡੋਗਰਿਆਂ ਨੇ ਤੇ ਰਾਜ ਆ ਗਿਆ ਗੋਰਿਆਂ। ਭੱਜੇ ਜਾਂਦੇ ਗੋਰੇ ਵਾਪਸ ਆ ਗਏ। ਗੁਰੂ ਘਰਾਂ 'ਚ ਉਹਨਾਂ ਨੇ ਆਪਣੇ ਬੰਦੇ ਕਾਬਜ਼ ਕਰ ਦਿੱਤੇ। ਪੂਰੀ ਤਰ੍ਹਾਂ ਇਸ ਧਰਤੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਫਿਰ ਗੋਰਿਆਂ ਨੇ ਲੁੱਟ ਸ਼ੁਰੂ ਕੀਤੀ ਤੇ ਉਦੋਂ ਕਿਉਂਕਿ ਕੌਮ ਬਹਾਦਰਾਂ ਦੀ ਹੈ ਨਾ, ਸਿੱਖ ਕੌਮ, ਇਸ ਕੌਮ ਦੇ ਜਿੰਨਾ ਚਿਰ ਨੌਜਵਾਨ ਫੌਜੀ ਨਾ ਹੋਣ ਦੇਸ਼ ਦੀ ਸੁਰੱਖਿਆ ਨਹੀਂ ਹੋ ਸਕਦੀ। ਇਹ ਸਾਡੇ ਬਲੱਡ ਨੂੰ ਵਾਰ ਹੋਇਆ ਹਮਾਰੇ ਵੱਲੋਂ। ਅੱਜ ਵੀ ਹਾਕੀ ਦੀ ਟੀਮ ਕਿੱਥੇ ਪਹੁੰਚ ਗਈ ਹੈ ਤੇ ਉਹਦੇ ਵਿੱਚ ਸਰਦਾਰ ਅਰਦਾਸ ਕਰਦਾ ਪਿਆ, ਕਿੰਨਾ ਪਿਆਰਾ।
ਸੋ ਵਿਸ਼ਾ ਨਹੀਂ ਆਪਣਾ। ਉਸ ਸਮੇਂ 24 ਘੰਟੇ ਕਿ 48 ਘੰਟੇ ਗੋਰਿਆਂ ਨੇ ਐਲਾਨ ਕਰਤਾ ਵੀ ਤੁਸੀਂ ਇੱਜ਼ਤ ਵੀ ਲੁੱਟ ਸਕਦੇ। ਸੁਣੀ ਜਾਓ ਕਿ ਜਿੱਦਾਂ 84 ਚ ਕਿਹਾ ਸੀ ਕਿ 6 ਲੱਖ ਆਦਮੀ ਉੱਥੇ ਮੀਟਿੰਗ ਵਿੱਚ ਉਹ ਕਹਿੰਦੇ ਤੁਸੀਂ ਇੱਜ਼ਤ ਲੁੱਟੋ, ਪੈਸੇ ਲੁੱਟੋ, ਸੋਨਾ ਲੁੱਟੋ, ਘਰ ਲੁੱਟੋ, 48 ਘੰਟੇ ਖੋਲ੍ਹ। ਉਸ ਬਾਜ਼ਾਰ ਦੇ ਵਿੱਚ ਬਾਬਾ ਕਰਮ ਸਿੰਘ ਜੀ ਦੇ ਵਰਦੀ ਪਾਈ ਹੋਈ ਰਾਈਫਲ ਮੋਢੇ ਤੇ ਆ। ਮਜਬੂਰ ਸੀ, ਕਿਉਂਕਿ ਜਦੋਂ ਬੰਦਾ ਨੌਕਰੀ ਕਰਦਾ ਹੋਵੇ ਨਾ ਕਿਸੇ ਦੇ ਥੱਲੇ, ਨੌਕਰੀ ਕਿਤੇ ਨਾ ਕਰਾਂ, ਕਈ ਵਾਰੀ ਬੰਦਾ ਇੰਨਾ ਕੁ ਮਜਬੂਰ ਹੁੰਦਾ, ਉਹਦਾ ਜੀ ਕਰਦਾ ਮੈਂ ਜਾਂ ਮਰ ਜਾ ਤੇ ਜਾਂ ਛੱਡ ਦਾਂ। ਉਹਨੂੰ ਜਦੋਂ ਦਬਾਅ ਪਾਇਆ ਜਾਂਦਾ ਹੈ ਨਾ ਉਹਦੇ ਉੱਤੇ ਪ੍ਰੈਸ਼ਰ, ਉਹ ਫਿਰ ਉਹਦਾ ਦਿਲ ਰੋਂਦਾ ਹੁੰਦਾ। ਅੱਖਾਂ ਤੇ ਕੀ ਰੋਣੀਆਂ ਲੋਕ ਵੇਖਣਗੇ, ਕਿਉਂਕਿ ਉਹਦਾ ਦਿਲ ਨਹੀਂ ਕਰਦਾ, ਪਰ ਉਹਨੂੰ ਮਜਬੂਰੀਆਂ ਤੋਂ ਕਰਾ ਰਹੀਆਂ ਹੁੰਦੀਆਂ। ਤੋ ਭਾਈ ਸਾਹਿਬ ਦਾ ਦਿਲ ਨਹੀਂ ਕਰ ਰਿਹਾ, ਬੰਦਗੀ ਵਾਲਾ ਹੀ, ਤੇ ਸਾਰੇ ਫੌਜੀਆਂ ਨੂੰ ਫੁੱਲ ਮਿਲੀ ਤੇ ਹੁਣ ਕਿਹਦਾ ਜੀ ਕਰਦਾ ਨਾ ਲੁੱਟੇ। ਮੌਕਾ ਮਿਲਿਆ ਤਾਂ ਭਾਈ ਸਾਹਿਬ ਦੀ ਬਾਣੀ ਪੜ੍ਹਦੇ ਗੁਜ਼ਰੇ ਤੇ ਇੱਕ ਮੁਸਲਮਾਨਾਂ ਦਾ ਘਰ ਸੀ। ਕਈ ਵਾਰੀ ਸਮਾਪਤਾ ਥੋੜਾ ਜਿਹਾ ਮੈਂ ਪੰਛੀ ਝਾਕ ਹੀ ਬਣਾ ਦਿਆਂ, ਅੱਗੇ ਚੱਲ ਗਏ, ਤੁਸੀਂ ਸਾਰਿਆਂ ਸੁਣੀ ਸਾਖੀ। ਉਹਨਾਂ ਨੇ ਆਵਾਜ਼ ਮਾਰੀ, ਮੁਸਲਮਾਨ ਔਰਤਾਂ ਦੀ ਤਾਂ ਬੁਰਕਾ ਪਾਇਆ ਹੋਇਆ, ਭੈਣੋ ਤੁਸੀਂ ਖਿਆਲ ਰੱਖਿਆ ਕਰੋ, ਆਪਣੀ ਚੁੰਨੀ ਨਾ ਭੁੱਲਿਓ ਮੇਰੀਆਂ ਭੈਣਾਂ, ਕਿਉਂਕਿ ਬਾਹਰ ਕੋਈ ਨਹੀਂ, ਗੁਰੂ ਘਰ ਆ ਕੇ ਕਈ ਵਾਰੀ ਬੱਚੀਆਂ ਸਾਡੀਆਂ ਕਹਿੰਦੀਆਂ ਬਾਬਾ ਜੀ ਪਲਕ ਪੈ ਗਈ, ਸਿਰ ਢੱਕਣਾ, ਆਪਾਂ ਬੜਾ ਦੂਰ ਚਲੇ ਗਏ, ਗੋਰੇ ਵੇਖੋ ਦਿਵਾਲੇ ਬੰਨੀ ਜਾਂਦੇ। ਤੇ ਉਸ ਵੇਲੇ ਉਹਨਾਂ ਨੇ ਬੁਰਕੇ ਨਾਲ ਮੁੱਖ ਕੱਢਿਆ ਤੇ ਕਹਿਣ ਲੱਗੀ, ਵੇ ਗੁਰੂ ਨਾਨਕ ਦੇ ਸਿੱਖਾ, ਤੈਨੂੰ ਗੁਰੂ ਨਾਨਕ ਦੀ ਸਹੁੰ ਲੱਗੇ, ਸਾਡੀ ਪੱਤ ਬਚਾ ਦੇ। ਉਹਨਾਂ ਦੇ ਘਰ 2-3 ਫੌਜੀ ਬੜੇ ਤੇ ਇੱਜ਼ਤਾਂ ਲੁੱਟੀਆਂ ਗਈਆਂ, ਪੈਸਾ ਤਬਾਹੀ ਹੋਈ ਰੱਜ ਗਈ। ਤੇ ਬਾਬਾ ਜੀ ਨੂੰ ਜਦੋਂ ਨੇ ਕਿਹਾ ਨਾ ਤੈਨੂੰ ਗੁਰੂ ਨਾਨਕ ਦਾ ਵਾਸਤਾ, ਇਸ ਚੀਜ਼ ਨੂੰ ਨਾ ਭੁੱਲਿਓ, ਆਪਾਂ ਗੁਰੂ ਨਾਨਕ ਬਾਬੇ ਕੀ ਆ, ਬਾਬਰ ਕੀ ਨਹੀਂ। ਉਸ ਵੇਲੇ ਬਾਬਾ ਜੀ ਨੇ ਉਹਦੇ ਘਰ ਗਏ ਤੇ ਰਾਈਫਲ ਸਿੱਧੀ ਕਰਕੇ ਕਹਿੰਦੇ ਬਾਹਰ ਹੋ ਜਾ, ਨਹੀਂ ਤੈਨੂੰ ਬ੍ਰਸ਼ਟ ਮਾਰ ਦੇਣਾ ਹੈ। ਬਾਬਾ ਜੀ ਬੂਹੇ 'ਚ ਬਹਿ ਕੇ ਜਪਜੀ ਸਾਹਿਬ ਪੜ੍ਹਦੇ ਰਹੇ। ਸਾਰਾ ਜਪਜੀ ਸਾਹਿਬ ਪੜ੍ਹਿਆ। ਜਦੋਂ ਰੌਲਾ ਮੱਠਾ ਹੋਇਆ ਤੇ ਉਹਨਾਂ ਦੇ ਸ਼ੌਹਰ ਖਵੰਦ ਘਰ ਆਏ ਬੀਬੀਆਂ ਦੇ, ਉਹ ਕਹਿਣ ਲੱਗੀਆਂ ਜੀ ਐ ਸਿੱਖ ਦੇ ਪੈਰ ਧੋ ਕੇ ਪੀਓ, ਜੇ ਅੱਜ ਇਹ ਨਾ ਹੁੰਦਾ ਤੇ ਸਾਡੀ ਇੱਜ਼ਤ ਖਤਮ ਸੀ। ਉਹ ਜਿਹੜੇ ਪਠਾਨ ਸੀ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਦਾ ਕੌਲਾ ਭਰ ਕੇ ਬਾਬਾ ਜੀ ਨੂੰ ਗਿਫਟ ਕੀਤਾ, ਤੋਹਫਾ ਦਿੱਤਾ ਤੇ ਕਹਿਣ ਲੱਗੇ ਜੀ ਆ ਮਹਾਰਾਜ। ਬਾਬਾ ਜੀ ਕਹਿੰਦੇ ਓਏ ਤੁਸੀਂ ਮੇਰੇ ਗੁਰੂ ਨਾਨਕ ਦਾ ਵਾਸਤਾ ਮੋਹਰਾਂ 'ਚ ਵੰਡਣ ਲੱਗੇ ਆ, ਇਹ ਨਹੀਂ ਲੈਣਾ ਮੈਂ, ਮੇਰੇ ਨਾਨਕ ਦਾ ਹੁਕਮ ਸੀ, ਸਤਿਗੁਰ ਸਭਨਾ ਦਾ ਭਲਾ ਬਣਾਏਗਾ। ਮੈਂ ਆਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ, ਮੈਂ ਕੋਈ ਵੱਡਾ ਕੰਮ ਨਹੀਂ ਕੀਤਾ। ਮੇਰੇ ਪਾਤਸ਼ਾਹ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ, ਮੈਂ ਮੋਹਰਾਂ ਨਹੀਂ ਲੈਣੀਆਂ। ਉਹਨਾਂ ਬੜਾ ਸਤਿਕਾਰ ਕੀਤਾ। ਜਦੋਂ ਫਿਰ ਬਾਬਾ ਜੀ ਘਰੇ ਗਏ ਤੇ ਮਾਂ ਨੂੰ ਕਹਿੰਦੇ ਮਾਂ ਮੈਂ ਆ ਗਿਆ, ਤੇ ਮਾਂ ਵੀ ਖੁਸ਼ ਹੋਈ। ਪਤਾ ਸੀ ਵੀ ਆਂਢ ਗੁਆਂਢ ਵੀ ਫੌਜੀ ਬੱਚੇ ਹੈਗੇ ਸੀ, ਕੋਈ ਸੋਨਾ ਲਿਆਇਆ, ਕੋਈ ਮੋਤੀ ਲਿਆਇਆ, ਕੋਈ ਹੀਰੇ, ਸਾਰਿਆਂ ਦੀਆਂ ਮਾਵਾਂ ਖੁਸ਼। ਤੇ ਬਾਬਾ ਜੀ ਬਾਬਾ ਕਰਮ ਸਿੰਘ ਜੀ ਆਏ ਤੇ ਮਾਂ ਕਹਿੰਦੀ ਆ ਕਿੱਟ ਮੈਨੂੰ ਫੜਾ ਦੇ ਝੋਲਾ। ਤੇ ਬਾਬਾ ਜੀ ਕਹਿੰਦੇ ਮਾਂ ਧਿਆਨ ਨਾਲ ਫੜੀ, ਇਹਦੇ 'ਚ ਕੀਮਤੀ ਖਜ਼ਾਨਾ ਹੈ। ਕਹਿੰਦੀ ਮੈਂ ਸਿਆਣੀ ਹੈ, ਘੁੱਟ ਕੇ ਫੜੋ। ਅੰਦਰ ਜਾ ਕੇ ਬੂਹਾ ਟੋਕੇ ਜੇਬ ਖੋਲੀ, ਵਿੱਚੋਂ ਬਸਤਰ ਨਿਕਲੇ ਤੇ ਫਿਰ ਕੀ ਨਿਕਲਿਆ, ਇੱਕ ਟਰੰਕ ਛੋਟਾ। ਮਾਂ ਨੂੰ ਤੇ ਚਾਅ ਚੜ ਗਿਆ ਵੀ ਵਿੱਚ ਸੋਨਾ ਚਾਂਦੀ ਹੋਵੇਗਾ, ਪਰ ਜਦੋਂ ਟਰੰਕ ਖੋਲਿਆ ਤੇ 5 ਰੁਮਾਲਾ ਸਾਹਿਬ ਦੇ ਵਿੱਚ ਸੁੱਖ ਆਸਣ ਗੁਰੂ ਨਾਨਕ ਦੀ ਪੋਥੀ ਤੇ ਮਾਂ ਦੇ ਹੱਥਾਂ 'ਚ ਡਿੱਗ ਪਈ। ਆਪਾਂ ਲਾਲਚ, ਜਦੋਂ ਪੋਥੀ ਡਿੱਗ ਪਈ ਤੇ ਉੱਚੀ ਬੋਲ ਕੇ ਕਹਿੰਦੀ ਦੁਰ ਲਾਂਤ ਤੇਰੇ ਜੰਮਣ। ਲੋਕਾਂ ਦੇ ਘਰ ਭਰ ਲਿਆ, ਜਦੋਂ ਨਦੀ ਵਗਦੀ ਹੋਵੇ ਤੇ ਬਾਲਟੀ ਭਰ ਲੈਣੀ ਚਾਹੀਦੀ ਹੈ, ਤੇ ਤੂੰ ਘਰੋਂ ਵੀ ਪੋਥੀ ਲੈ ਕੇ ਗਿਆ ਤੇ ਪੋਥੀ ਚੱਕੀ ਫਿਰਦਾ। ਬਾਬਾ ਜੀ ਕਹਿੰਦੇ ਮਾਂ ਮਾਫ ਕਰੀ, ਤੂੰ ਕਮਲੀ ਹੈ, ਜਿੰਨੇ ਮਰਜੀ ਘਰ ਭਰ ਲੋ, ਜਿੱਦਣ ਚਿਖਾ ਤੇ ਪਏ ਉਦਣ ਆਖ ਜਾਣਾ ਹੀ ਜਲਾ ਜਾਣਾ, ਜਿਹਨੂੰ ਅੱਜ ਕੋਈ ਨਹੀਂ ਰੱਖਣਾ ਚਾਹੁੰਦਾ। ਕਈਆਂ ਦੇ ਬਜ਼ੁਰਗ ਕਾਲ ਚਲਾਣਾ ਕਰ ਗਏ ਤੇ ਪਿੱਛੋਂ 9 ਪੁੱਤ ਪੋਥੀਆਂ ਮੁੜ ਕੇ ਸਭ ਇੱਥੇ ਲੈ ਕੇ ਆਉਣਗੇ, ਬਾਬਾ ਜੀ ਚੜਾਉਣੇ ਆ। ਮੈਂ ਕਿਹਾ ਕਿਉਂ? ਕਹਿੰਦੇ ਜੀ ਬਜ਼ੁਰਗ ਪੜ੍ਹਦੇ ਸੀ, ਅਸੀਂ ਹੁਣ ਬਾਹਰ ਅੰਦਰ ਬੀਜੀ ਆ ਤੇ ਹੁਣ ਘਰੇ ਬੇਅਦਬੀ ਹੁੰਦੀ, ਤੁਸੀਂ ਗੁਰਦੁਆਰੇ ਰੱਖੋ। ਇੱਕ ਗੱਲ ਯਾਦ ਰੱਖੋ, ਜਿਹਦੇ ਘਰੋਂ ਪੋਥੀ ਚਲੇਗੀ ਉਹਦੇ ਘਰੋਂ ਬਰਕਤ ਵੀ ਜਾਏਗੀ। ਰੋਣਾ ਇਹ ਸੀ ਉੱਚੀ ਉੱਚੀ ਮੁਕੱਦਰਾਂ ਨੂੰ, ਕਿਉਂਕਿ ਗੁਰੂ ਸਾਹਿਬ ਦੇ ਘਰ ਖੁਸ਼ੀ ਹੈ। ਤਾਂ ਉਸ ਵੇਲੇ ਮੈਨੂੰ ਲੱਗਾ ਮੈਂ ਉਸ ਮਹਾਂਪੁਰਖ ਦਾ ਜ਼ਿਕਰ ਤਾਂ ਕੀਤਾ ਹੈ ਕਿ ਆਹ ਗੱਲਾਂ ਉਸ ਮਹਾਂਪੁਰਖ ਤੇ ਢੁਕਣੀਆਂ ਹੈ। ਉਸ ਵੇਲੇ ਮਾਂ ਕਹਿੰਦੀ ਜਾਂ ਚਲੇ ਜਾ ਨਿਕੰਮਿਆਂ, ਕੁਝ ਖੱਟਿਆ ਨਹੀਂ,
ਕਹਿਣ ਲੱਗੇ ਮਾਂ ਤੂੰ ਮੈਨੂੰ ਜੋ ਮਰਜ਼ੀ ਕਹਿੰਦੀ ਤੂੰ ਗੁਰੂ ਦੀ ਪੋਥੀ ਨੂੰ ਮਾੜਾ ਕਿਹਾ। ਪੋਥੀ ਪਰਮੇਸ਼ਰ ਦਾ ਥਾਨ ਹੈ, ਦੁਨੀਆ ਤਾਂ ਕਮਲੀ ਹੈ ਜਿਹੜੀ ਦਾਦਰ ਪਾਉਣ ਇਕੱਠੇ ਕਰ ਕਰ ਲਕੋ ਲਕੋ ਰੱਖਦੀ ਹੈ। ਯਾਦ ਰੱਖੀ ਮਾਂ ਜਿੱਦਣ ਬੰਦੇ ਦੀ ਜਾਨ ਨਿਕਲੀ ਸਾਰਾ ਕੁਝ ਲੋਕਾਂ ਰੱਖ ਲੈਣਾ, ਇੱਕ ਪੋਥੀ ਤੇਰੀ ਬਣਨੀ ਹੈ। ਕਹਿ ਮਾਤ ਪਿਤਾ ਸੁਤ ਮਨ ਊਨਾ ਨਾਮ। ਮੇਰੀਆਂ ਭੈਣਾਂ ਬੈਠੀਆਂ, ਤੁਸੀਂ ਕਮਾਈ ਕੀਤੀ ਹੋਊਗੀ 50-60 ਸਾਲ, ਉਹ ਤੁਹਾਡੇ ਪੁੱਤ ਪੋਤਰਿਆਂ ਵਰਤ ਨਹੀਂ, ਤੁਹਾਨੂੰ ਕੀ ਮਿਲਣਾ? 2.5 ਕੁਇੰਟਲ ਬਾਲਣ ਹੀ ਮਿਲਣਾ ਆਪਾਂ ਸਾਰਿਆਂ। ਪਰ ਅੱਜ ਦਾ ਇੱਥੇ ਸਮਾਂ ਤੁਸੀਂ ਅਟੈਂਡ ਕਰਦੇ ਜੇ, ਇਹ ਬੰਦਗੀ ਹੈ। ਤੋ ਬਾਬਾ ਜੀ ਕਹਿੰਦੇ ਲੈ ਮਾਂ ਜੇ ਤੂੰ ਨਕਮਾ ਕਿਹਾ ਮੇਰਾ ਵੀ ਬਚਨ ਰਿਹਾ, ਜਿਉਂਦੇ ਜੀ ਕਦੇ ਤੇਰੇ ਘਰ ਚ ਵਾਪਸ ਪੈਰ ਨਹੀਂ ਪਾਉਂਗੇ। ਅੱਜ ਬੜੇ ਫੌਜੀ ਸੀ ਉਹਦੇ ਨਾਲ 1857, ਕਿਸੇ ਦਾ ਨਾਂ ਨਿਸ਼ਾਨ ਨਹੀਂ। ਅੱਜ 2021 ਤੇ ਬਾਬਾ ਕਰਮ ਸਿੰਘ ਦਾ ਡੰਕਾ ਵੱਜਣ ਡਿਆ। ਇਹਨਾਂ ਕਮਾਈਆਂ ਕੀਤੀਆਂ ਸੱਚੀਆਂ। ਵੱਖਰੀ ਗੱਲ ਥੋੜੇ ਦਿਨ ਮਾਇਆ ਵਾਲੇ ਨੂੰ ਲੋਕੀ ਗੱਲ ਨਾ ਲਾਉਂਦੇ, ਪਰ ਮੁੜ ਕੇ ਛੇਤਰੀ ਪੈਂਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਇਹ 5 ਗੁਣ ਦਾ ਜਨੇਊ ਬਾਬਾ ਜੀ ਦੇ ਜੀਵਨ ਸੀ, ਕਿਉਂਕਿ ਪਹਿਲਾ ਦਇਆ ਕੀ, ਦਇਆ ਵੇਖ ਕੇ ਬਾਬਾ ਜੀ ਉਹਨਾਂ ਦੇ ਘਰ ਪਹੁੰਚੇ। ਦਇਆ ਆਈ ਤੇ ਪੈਰੇ ਤੇ ਗਏ, ਇਹਨੇ ਕਹਿੰਦੇ ਮੈਂ ਕੀ ਤੁਹਾਡਾ ਰਿਸ਼ਤੇਦਾਰ, ਮੈਂ ਕਿਉਂ ਬਚਾਵਾਂ ਤੁਹਾਨੂੰ। ਦਇਆ ਆਈ ਤੇ ਘਰੇ ਗਏ, ਸੰਤੋਖ ਸੀ, ਸੋਨੇ ਦੀ ਭਰੀ ਕੌਲੀ ਵਾਪਸ ਕਰ। ਅੱਗੇ ਕਹਿੰਦੇ ਜੱਤ, ਆਪਣਾ ਜੱਤ ਕਾਇਮ ਸੀ, ਕਿਉਂਕਿ ਬਾਕੀ ਫੌਜੀਆਂ ਨੇ ਇੱਜ਼ਤਾਂ ਲੁੱਟੀਆਂ। ਇੰਨੇ ਸੋਹਣੇ ਸਰੂਪ ਸੀ ਉਹਨਾਂ ਮੁਸਲਮਾਨ ਔਰਤਾਂ ਦੇ। ਬਾਬਾ ਜੀ ਕਿਉਂਕਿ ਮਾਫ ਕਰਿਓ ਮੈਂ ਬਚਨ ਕਰ ਦੇਣ ਲੱਗਾ, ਜਿੰਨਾ ਮਰਜੀ ਕੋਈ ਬਾਹਰ ਚ ਸਿਆਣਾ ਬਣੇ, ਚਾਤਰ ਬਣੇ, ਜਦੋਂ ਬੁੱਢੇ ਹੋ ਜਾਈਦਾ ਆਪਾਂ ਦੂਜਿਆਂ ਨੂੰ ਮੱਤਾਂ ਦਿੰਦੇ, ਪਰ ਜਦੋਂ ਜਵਾਨੀ ਆਉਂਦੀ ਹੈ ਤਾਂ ਰੱਬ ਹੀ ਰੱਖੇਗਾ। ਇਹ ਗੱਲ ਵੱਖਰੀ ਵੀ ਸਾਡੇ ਵਾਲਾ ਟਾਈਮ ਲੰਘਦੇ, ਦੂਜੇ ਨੂੰ ਆਪਾਂ ਗੱਲ ਬੜੀ ਚੌਕੇ ਕਰਦੇ। ਆਪਣੀ ਜ਼ਿੰਦਗੀ 'ਚ ਵੇਖੋ ਜਦੋਂ ਤੁਸੀਂ ਜਵਾਨੀ ਸੀ ਤੁਸੀਂ ਕੀ ਗੱਲ ਕੀਤਾ। ਆਪਣਾ ਕੋਈ ਨਹੀਂ ਕਹਿੰਦਾ, ਦੂਜਿਆਂ ਵੱਲ ਨੂੰ ਉਂਗਲ ਕਰਦੇ ਆ, ਪਰ ਜਦੋਂ ਮੈਂ ਤੁਹਾਡੇ ਵੱਲ ਇੱਕ ਕਰੂੰ ਤਾਂ 3 ਮੇਰੇ ਵੱਲ ਆਪੇ ਆ ਜਾਣਗੇ। ਇਸ ਕਰਕੇ ਕਿੱਡਾ ਜੱਤ ਕਾਇਮ ਸਾਹਮਣੇ ਇੰਨੇ ਸੋਹਣੇ ਸਰੂਪ ਹੋਣ ਤੇ ਫੌਜੀ ਮਨਮਾਨੀਆਂ ਕਰ ਰਹੇ ਹੋਣ, ਘਰਾਂ 'ਚ ਚੀਕਾਂ ਦੀ ਆਵਾਜ਼ ਆ ਰਹੀ ਹੋਵੇ ਤੇ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਲਾਗੇ ਬਹਿ ਕੇ ਕਹਿੰਦਾ ਭੈਣੇ ਤੁਸੀਂ ਵੀ ਸਿਮਰਨ ਕਰੋ ਤੇ ਮੈਂ ਵੀ ਪਾਠ। ਏਡਾ ਜੱਤ ਕਾਇਮ ਰੱਖਿਆ। ਬੜਿਆਂ ਵੱਡਿਆਂ ਦੇ ਡੋਲ ਜਾਂਦੇ, ਇਹ 'ਚ ਕਿਹੜੀ ਸ਼ੱਕ ਹੈ। ਮਾਫ ਕਰ ਦਿਓ ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ। ਕਈਆਂ ਦੀਆਂ ਇੱਥੇ ਵੀ ਪੰਜਾਬ 'ਚ ਫੈਮਲੀਆਂ ਤੇ ਉੱਥੇ ਬਾਹਰ ਬੈਠੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦਾ ਦਇਆ ਦੇ ਸਾਗਰ ਨੇ। ਪਹਿਲਾ ਗੁਣ ਦਇਆ, ਦੂਜਾ ਸੰਤੋਖ, ਤੀਜਾ ਜੱਤ ਤੇ ਚੌਥਾ ਸੀ ਸੱਚ। ਸੱਚ ਬੋਲਿਆ ਮਾਂ ਨੂੰ ਕਹਿੰਦੇ ਮਾਂ ਗਾਲਾਂ ਨਾ ਕੱਢ, ਮੇਰੇ ਗਰੀਬ ਕੋ ਸੋਨਾ ਚਾਂਦੀ ਨਹੀਂ, ਤੂੰ ਡਾਲਰ ਲੱਭਦੀ, ਪੈਸੇ ਲੱਭਦੀ ਹੈ ਵੀ ਲੋਕਾਂ ਦੇ ਪੁੱਤਾਂ ਨੇ ਘਰ ਭਰ ਲਏ, ਤੂੰ ਕੁਝ ਨਹੀਂ ਕੀਤਾ। ਮੈਂ ਸੱਚ ਕਹਿੰਦਾ ਮਾਂ ਭਾਵੇਂ ਗੁੱਸਾ ਕਰੀ, ਜਿੱਦਣ ਤੂੰ ਮਰੀ ਤੇਰੇ ਨਾਲ ਕੁਛ ਨਹੀਂ ਜਾਣਾ। ਜਦੋਂ ਬਾਬਾ ਕਰਮ ਸਿੰਘ ਨੇ ਇੱਦਾਂ ਕਿਹਾ ਤੇ ਕਹਿੰਦੀ ਨਿਕਲ ਜਾ ਮੇਰੇ ਘਰ, ਮੇਰੇ ਲਈ ਅੱਜ ਤੂੰ ਮਰ ਗਿਆ, ਤੂੰ ਇਹਦੇ ਲੈਟ ਜਿਹੜੇ ਮਰ ਜਾਣ ਉਹ ਘਰੇ ਵਾਪਸ ਨਹੀਂ ਆਉਂਦੇ। ਤੇ ਬਾਬਾ ਕਰਮ ਸਿੰਘ ਜੀ ਉਸ ਦਿਨ ਤੋਂ ਬਾਅਦ ਆਪਣੀ ਹਵੇਲੀ ਦੇ ਘਰ ਦੇ ਵਿੱਚ ਵਾਪਸ ਨਹੀਂ ਗਏ। ਇਹ ਉਹਨਾਂ ਦੀ ਜੀਵਨ ਹੈ ਤੇ ਆਪਾਂ ਵੀ, ਕਿਉਂਕਿ ਇਸ ਵੇਲੇ ਉਹ ਮਹਾਂਪੁਰਖ ਸੱਚਖੰਡ ਵਿੱਚ ਬੈਠੇ ਹੈ, ਅੱਜ ਆਪਾਂ ਉਹਨਾਂ ਦੀ ਕਥਾ ਕੀਤੀ ਹੈ ਤੇ ਆਪਣੀ ਵੀ ਹਾਜ਼ਰੀ ਲੱਗੀ। ਕਿਉਂਕਿ ਬਾਣੀ ਕਹਿੰਦੀ ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ। ਸਾਧੂ ਨੂੰ ਇੰਨਾ ਪਿਆਰ ਕਰਦੇ ਗੁਰੂ ਅਰਜਨ ਸਾਹਿਬ ਨੇ 3 ਅਸ਼ਟਪਦੀਆਂ ਸੁਖਮਨੀ ਸਾਹਿਬ 'ਚ ਰੱਖੀਆਂ, ਇੱਕ ਬ੍ਰਹਮ ਗਿਆਨੀ ਦੀ, ਇੱਕ ਸੰਤ ਦੀ ਤੇ ਇੱਕ ਸਾਧੂ ਦੀ। ਕਿੰਨਾ ਪਿਆਰ ਕੀਤਾ ਗੁਰੂ ਨਾਨਕ ਦੇ ਸਾਧੂਆਂ ਨਾਲ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਨੇਊ ਜਿਹੜਾ ਹੈ ਸਾਰਿਆਂ ਨੂੰ ਤਿਆਰ ਕਰਕੇ ਪਾਉਣ ਲੱਗੇ ਹਨ। ਜੋ ਪਈ ਸਵੱਚ ਸਥਿਰ ਦੇ ਲਖੋ ਜਨੇਊ, ਕਰ ਮੈਂ ਪਹਿਰੇ ਵਿਰਲੇ ਕੇਊ। ਮਹਾਰਾਜ ਨੇ ਹੁਣ ਜਨੇਊ ਤਾਂ ਤਿਆਰ ਕਰਕੇ ਦੱਸਤਾ ਕਿ ਦਇਆ ਕਪਾਹ। ਅੱਗੇ ਜੀ ਉੱਚੀ ਵੱਲੋਂ ਤੁਹਾਨੂੰ ਛੇਤੀ ਸਮਝ ਆਉਣੀ ਹੈ। ਦਇਆ ਕਪਾਹ ਕਹਿੰਦੇ ਦਇਆ ਰੂਪੀ ਕਪਾਹ ਤੇ ਸੰਤੋਖ ਦਾ ਸੂਤ। ਜੱਤ ਗੰਢੀ, ਜੱਤ ਦੀ ਗੰਢ ਦੇ ਕੇ ਰੱਖਿਓ ਆਪਣੇ ਆਪ ਨੂੰ। ਤੁਸੀਂ ਸਮਝ ਗਏ। ਉਹ ਵੀ ਕੁਝ ਗੱਲਾਂ ਮੈਂ ਖੋਲ ਕੇ ਨਹੀਂ ਦੱਸ ਸਕਦਾ। ਵੱਖਰੀ ਗੱਲ ਹੈ ਕਿ ਜੇ ਕੋਈ ਪਕੜਿਆ ਜਾਵੇ ਤੇ ਉਹਦਾ ਪੜਤਾ ਜ਼ਾਹਰ ਹੋ ਜਾਂਦਾ, ਕਈ ਗੁਪਤ ਚੱਲੀ ਜਾਂਦੇ ਆ। ਆਪਾਂ ਤਾਂ ਕੈਮਰੇ ਵੇਲੇ ਵੀ ਫਲਾਣਾ ਇੱਦਾਂ ਹੋ ਗਿਆ, ਉਹਦੀ ਮੈਸੇਜ ਚੈਟ ਲੀਕ ਹੋ ਗਈ, ਉਹਦਾ ਇੱਦਾਂ। ਇਹ ਜੇ ਕਿਤੇ ਮਹਾਰਾਜ ਕੱਢਣ ਤੇ ਆਵੇ ਤੇ ਮੈਂ ਕਹਿੰਦਾ ਵੀ ਇੱਕ ਅੱਧਾ ਹੀ ਬਚਣਾ, ਬਾਕੀ ਗੁਪਤ ਬਹੁਤ ਕੁਝ ਹੈ। ਆਪੋ ਆਪਣੀ ਜ਼ਿੰਦਗੀ 'ਚ ਗੁਪਤਗੂ ਆ ਆਪਣੀ ਸਾਰਿਆਂ ਦੀ।
ਇਹਨਾਂ ਵੀ ਜਿਹਦਾ ਥੋੜਾ ਜਿਹਾ ਪੜਦਾ ਯਾਰ ਉਹਨੂੰ ਦੁਨੀਆ ਬੰਦਾ ਬੋਲਦੀ ਹੈ, ਪਰ ਮਹਾਰਾਜ ਕਹਿੰਦੇ ਅਮਨੀ ਚੰਗੇ ਪ੍ਰਣਵਤ ਨਾਨਕ ਤਾਰੇ ਸੋਏ। ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਤ ਗੰਢੀ ਸਤ ਵੱਟ ਜਿਵੇਂ ਕਰਤਾ ਤਿਆਰ ਤੇ ਹੁਣ ਲੱਗੇ ਸਤਿਗੁਰੂ ਪਾਉਣ। ਤੇ ਮਹਾਰਾਜ ਨੂੰ ਪੰਡਤ ਹਰਦਿਆਲ ਜੀ ਕਹਿੰਦੇ ਮਹਾਰਾਜ ਇਹਦੇ ਅਰਥ ਕੀ ਜਨੇਊ ਦੇ? ਮਹਾਰਾਜ ਕਹਿੰਦੇ ਬੜਾ ਪਵਿੱਤਰ ਹੈ, ਸਦਾ ਰਹਿਣ ਵਾਲਾ ਹੈ, ਨਾ ਸੜ ਸਕਦਾ ਹੈ, ਨਾ ਮੈਲ ਲੱਗਦੀ ਹੈ, ਤੇ ਨਾ ਗਲਦਾ ਹੀ ਹੈ, ਤੇ ਨਾ ਟੁੱਟਦਾ ਹੀ ਹੈ। ਤੇ ਨਾਲ ਹੀ ਕਹਿੰਦੇ ਗੁਰ ਮੈਂ ਪਹਿਰੇ ਵਿਰਲੇ ਕੋ। ਪਰ ਪੰਡਤ ਜੀ ਇਹਨੂੰ ਵਿਰਲੇ ਵਿਰਲੇ ਹੀ ਪਾ ਸਕਦੇ ਆ, ਆਪਣੇ ਕੋਲ ਨਹੀਂ ਜੇ ਹੈਗਾ। ਪਹਿਲਾਂ ਮੰਨ ਲਈਏ ਸੰਗਤ ਵਿੱਚ ਆਪਣੇ ਕੋਲ ਨਹੀਂ ਜੇ ਹੈਗਾ, ਕਿਉਂਕਿ ਆ ਪੰਜੇ ਗੁਣ ਆਪਣੇ ਨਹੀਂ ਹੈਗੇ। ਤੁਹਾਨੂੰ ਪਤਾ ਹੋ ਸਕਦਾ 100-150 ਰੂਹਾਂ ਚ ਕੋਈ ਇੱਕ ਅੱਧੀ ਲੱਭ ਹੀ ਜਾਵੇ ਜਿਹਦੇ ਚ ਪੰਜੇ ਗੁਣ ਹੋਣ, ਦਇਆ, ਸੰਤੋਖ, ਜਗ, ਸਤ, ਔਖਾ ਵਾ। ਤਾਂ ਮਾਰੇ ਦੇ ਸ਼ਬਦ ਵਰਤਿਆ ਬਿਰਲੇ ਕਹਿੰਦੇ ਪੰਡਤ ਹਰਦਿਆਲ ਜੀ ਬਹੁਤ ਬਿਰਲੇ ਆ ਜਿਨ੍ਹਾਂ ਨੇ ਪਾਲਿਆ ਟਾਈਮ ਨਾਲ, ਨਹੀਂ ਤੇ ਬਾਜ਼ੀਆਂ ਸਾਰਿਆਂ ਦੀਆਂ ਲੱਗੀਆਂ। ਉਹ ਵੱਖਰੀ ਗੱਲ ਹੈ ਕਿ ਆਪਣਾ ਗੁਰੂ ਬੜਾ ਡਾਢਾ ਜੀ। ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਪੋਥੀ ਪੜ੍ਹਨੀ ਨਹੀਂ ਆਉਂਦੀ, ਤੈਨੂੰ ਗੁਰਦੁਆਰੇ ਦਾ ਪਤਾ ਨਹੀਂ, ਤੈਨੂੰ ਮੰਦਰ ਦਾ ਪਤਾ ਨਹੀਂ, ਜਾਂ ਉਸ ਦਰਖਤ ਦੇ ਥੱਲੇ ਜਿਹਦੇ ਪੱਤੇ ਟੁੱਟ ਕੇ ਡਿੱਗੇ ਹੋਣ ਉਹਦੇ ਨਾਲ ਗੱਲਾਂ ਕਰਿਆ ਕਰ। ਫਰੀਦਾ ਰੁੱਤ ਫਰੀ ਵਣ ਕੰਬਿਆ, ਪੱਤ ਚੜੇ ਚੜ ਆਏ, ਚਾਰੇ ਕੁੰਡਾਂ ਢੋਡੀਆਂ ਰਹਿਣ ਕਿਥਾਉ ਨਾਹੀ। ਬਾਬਾ ਫਰੀਦ ਸਾਹਿਬ ਕਹਿੰਦਾ ਮੈਂ ਟੁੱਟੇ ਪੱਤਿਆਂ ਨੂੰ ਪੁੱਛਿਆ, ਓਏ ਤੁਹਾਡਾ ਰੰਗ ਕਿਉਂ ਪੀਲਾ ਹੋ ਗਿਆ? ਤੁਸੀਂ ਕਦ ਤੋਂ ਖੜਖੜ ਦੀ ਆਵਾਜ਼ ਕਰਦੇ ਜੇ? ਤੇ ਪੱਤੇ ਕਹਿੰਦੇ ਫਰੀਦਾ ਟੁੱਟ ਗਏ ਆਪਣੇ ਸਾਈਂ ਤੋਂ। ਜਿੱਦਣ ਜੁੜੇ ਸੀ ਹਰੇ ਭਰੇ ਸਾਂ, ਪੰਛੀ ਸਾਡੇ ਵਿੱਚ ਕਲੋਲਾਂ ਕਰਦੇ ਸੀ, ਅੱਜ ਟੁੱਟ ਗਿਆ, ਲੋਕਾਂ ਦੀਆਂ ਜੁੱਤੀਆਂ ਜੋਗੇ ਰਹਿ ਗਏ। ਲੋਕੀ ਉੱਤੋਂ ਦੀ ਲੰਘਦੇ ਐ, ਸੁੱਕ ਗਏ ਆ ਖੜਖੜ ਹੋ ਕੇ। ਹੁਣ ਇਹ ਕਿਸੇ ਨੇ ਆਉਣਾ ਏ, ਬੌਕਰ ਲੈ ਕੇ ਟੋਕਰੀ ਭਰ ਕੇ ਲੈ ਜਾਣਾ ਤੇ ਲੋਹ ਦੇ ਵਿੱਚ ਡਾਲ। ਅੱਜ ਆਪਾਂ ਟੁੱਟ ਗਏ ਗੁਰੂ ਤੋਂ, ਆਪਣਾ ਅੰਦਰ ਸੜ ਗਿਆ ਜੇ, ਸੁੱਕ ਗਿਆ ਜੇ। ਇੱਕ ਦਿਨ ਉਹ ਆਪਾਂ ਨੂੰ 4 ਜਣੇ ਚੱਕ ਕੇ ਤੇ ਉਹ ਲੋਕ ਪਿੰਡ ਦੇ ਬਾਹਰ ਬੜੀਆਂ ਉੱਥੇ ਸਾੜੋ। ਬਾਬਾ ਫਰੀਦ ਸਾਹਿਬ ਕਹਿੰਦੇ ਪੱਤੇ ਰੋ ਕੇ ਕਹਿੰਦੇ ਅਸੀਂ ਚਾਰੇ ਕੁੰਡਾਂ ਢੂੰਡੀਆਂ, ਉੱਤਰ ਦੱਖਣ ਪੂਰਬ ਚਾਰੇ ਪਾਸੇ ਆਵਾਜ਼ਾਂ ਮਾਰ ਕੇ ਵੇਖੀਆਂ ਵੀ ਕੋਈ ਆਵੇ ਜਿਹੜਾ ਇੱਕ ਵਾਰੀ ਚੁੱਕ ਕੇ ਸਾਨੂੰ ਜੋੜ ਦੇ। ਪਰ ਚਾਰੇ ਕੁੰਡਾਂ ਦੇ ਵਿੱਚੋਂ ਆਵਾਜ਼ ਆਈ, ਟੁੱਟੇ ਹੋਏ ਪੱਤਿਆਂ ਨੂੰ ਜਵਾਬ ਆਇਆ ਕਿ ਹੁਣ ਤੁਹਾਨੂੰ ਦੁਬਾਰਾ ਕੋਈ ਨਹੀਂ ਜੋੜ ਸਕਦਾ। ਪਰ ਸਿੱਖੋ ਬਾਬਾ ਫਰੀਦ ਕਹਿੰਦਾ ਤੁਹਾਡੇ ਗੁਰੂ ਦੇ ਘਰੋਂ ਆਵਾਜ਼ ਆਉਂਦੀ, ਆਓ ਸਿੱਖ ਸਤਿਗੁਰ ਕੇ ਘਰ ਚ ਟੁੱਟੀ ਕੁਰਸੀ, ਟੁੱਟਾ ਮੇਜ਼, ਟੁੱਟਾ ਸੀਸਾ, ਟੁੱਟੀ ਸੈਨਰੀ ਕੋਈ ਨਹੀਂ ਜੇ ਰੱਖਦਾ। ਮੈਂ ਕਹਿੰਦਾ ਗੁਰਦੁਆਰੇ ਬਹੁਤ ਗਿਣਤੀ ਵਿੱਚ ਆਉਂਦੇ ਟੁੱਟੇ ਹੋਏ ਆ, ਜਿਨ੍ਹਾਂ ਨੂੰ ਸਾਰੇ ਪਾਸਿਓਂ ਰਸਤਾ ਘਿਰ ਜਾਂਦਾ ਹੈ ਨਾ। ਮੈਂ ਅਕਸਰ ਹੀ ਇਹੋ ਜਿਹੀਆਂ ਰੂਹਾਂ ਨਾਲ ਮਿਲਦਾ। ਜਿੱਦਣ ਆ ਕੇ ਗੁਰੂ ਗੋਲੀ ਸਾਹਿਬ ਬੈਠੇ ਸੀ, ਰਾਹ ਬੰਦ ਸੀ, 15-20 ਦਿਨ ਸੇਵਾ ਕੀਤੀ, ਆਪ ਪਰਿਵਾਰ ਘਰੇ ਲੈ ਕੇ ਗਏ। ਕਹਿੰਦੇ ਬਾਬਾ ਸਾਰੇ ਰਾਹ ਖੁੱਲ ਗਏ। ਕਿਉਂ ਨਹੀਂ ਖੁੱਲੇ? ਬੱਚਿਆਂ ਦੇ ਕਾਰਜ ਅੜੇ ਸੀ, ਉਹ ਵੀ ਸੰਪੂਰਨ ਹੋ ਗਏ। ਬੱਚੇ ਕੰਮ ਤੋਂ ਬੈਠੇ ਸੀ, ਉਹਨਾਂ ਨੂੰ ਕੰਮ ਮਿਲ ਗਿਆ। ਜਿਹੜੇ ਪਾਸੇ ਪੈਸੇ ਫਸੇ ਸੀ ਘਰੇ ਆ ਕੇ ਦੇ ਗਏ। ਹੋਰ ਦੱਸੋ ਕੀ ਲੈਣਾ? ਅਜੇ ਵੀ ਤੁਸੀਂ ਗੁਰੂ ਤੇ ਸ਼ੱਕ ਕਰੋ ਤਾਂ ਗੱਲ ਮਾੜੀ ਹੈ ਨਾ। ਕਿਉਂ ਨਹੀਂ ਕਰਦਾ? ਜੋ ਜਨ ਤੁਮਰੀ ਭਗਤ ਕਰਨ ਦੇ ਕਾਰਜ ਸਵਾਸ ਦਾ ਸਾਧ ਸੰਗਤ ਜੀ ਸੱਚ ਹੈ। ਮੇਰੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਵਸਦੇ ਅੱਜ ਵੀ। ਤੁਹਾਡੀ ਕਿਰਪਾ ਕਰਨ। ਕਹਿੰਦੇ ਟੁੱਟੇ ਪੱਤਿਆਂ ਨੂੰ ਤਾਂ ਦੁਬਾਰਾ ਮੌਕਾ ਨਹੀਂ ਮਿਲਣਾ। ਸਿੱਖਾ ਤੇਰਾ ਗੁਰੂ ਬੜਾ ਡਾਢਾ ਹੀ, ਉਹ ਕਹਿੰਦਾ ਆ ਜਾ ਇੱਕ ਵਾਰੀ ਨੂੰ ਫੇਰ ਜੋੜ ਲਈ। ਇਹ 'ਚ ਕੋਈ ਸ਼ੱਕ ਨਹੀਂ। ਆਪਾਂ ਜਿੰਨੀ ਮਰਜ਼ੀ ਗਲਤੀਆਂ ਕਰ ਲਈਆਂ, ਮਾਰੇ ਕਹਿੰਦੇ ਇੱਕ ਵਾਰੀ ਆ ਕੇ ਸੰਗਤ ਵਿੱਚ ਕਬੂਲ ਕਰ ਲਾ, ਕਰ ਸਾਈਂ ਸਿਓ ਰੰਗ, ਮੈਂ ਤੈਨੂੰ ਨਵਾਂ ਰੰਗ ਬਖਸ਼ਿਸ਼ ਕਰ ਦਾਂਗਾ। ਨਰ ਕਰ ਮੈਂ ਧਾਰਨ ਕੀਨਾ, ਅਨਸ ਨਰ ਕੀਨੋ ਦੁਖ ਸੀਨਾ। ਤੁਹਾਡੇ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਹਰਦਿਆਲ ਜੀ ਇੱਕ ਗੁਣ ਹੈ ਇਸ ਜਨੇਊ ਦੇ ਵਿੱਚ। ਬੋਲੋ ਵਾਹਿਗੁਰੂ। ਕਹਿੰਦੇ ਮਹਾਰਾਜ ਕੀ ਪਾਤਸ਼ਾਹ ਕਹਿੰਦੇ ਜਿਹੜਾ ਇੱਕ ਵਾਰੀ ਪਾ ਲੈਂਦਾ ਨਾ, ਉਹਦੇ ਸਾਰੇ ਦੁੱਖ ਹੀ ਖਤਮ ਹੋ ਜਾਂਦੇ ਆ।
ਸਾਰੇ ਦੁੱਖ ਹੀ ਦੂਰ ਹੋ ਜਾਂਦੇ ਹਨ। ਲੋਕ ਬਾਹਰ ਪਰ ਲੋਕ ਅਸ਼ਕੂ ਸਨਮਾਨ ਸਭ ਅੰਤਕ ਲੋਕੂ। ਤੇ ਜਦੋਂ ਇੰਨੀ ਗੱਲ ਕੀ ਤੇ ਪੰਡਤ ਹਰਦਿਆਲ ਦਾ ਅੰਦਰ ਵਿਰਾਗ ਵਿੱਚ ਚਲੇ ਗਿਆ। ਕਹਿੰਦੇ ਮਹਾਰਾਜ ਹੋਰ ਪਾਤਸ਼ਾਹ ਕਹਿੰਦੇ ਹੋਰ ਕਿ ਇਹ ਜਨੇਊ ਏਦਾਂ ਦਾ ਏ, ਇਹ ਲੋਕ ਵਿੱਚ ਵੀ ਬੰਦੇ ਦੇ ਨਾਲ ਰਹਿੰਦਾ ਏ ਤੇ ਜਦੋਂ ਮੌਤ ਆਉਂਦੀ ਪ੍ਰਲੋਕ ਵਿੱਚ ਵੀ ਜਾਂਦਾ। ਕਿਉਂਕਿ ਜਿਹੜੀ ਤੁਸੀਂ ਦਇਆ ਕੀਤੀ ਕਿਸੇ ਤੇ ਉਹ ਮੁੱਕਣੀ ਥੋੜ੍ਹਾ, ਉਹਦੇ ਦਰਗਾਹ 'ਚ ਜਾਣੀ ਹੈ। ਜਿਹੜਾ ਤੁਸੀਂ ਸੰਤੋਖ ਰੱਖਿਆ ਨਾ ਆਪਣੇ ਆਪ ਤੇ ਰੱਬ ਵੇਂਦਾ। ਜੀ ਤਾਂ ਮੇਰਾ ਵੀ ਤੁਹਾਡਾ ਵੀ ਕਰਦਾ ਕਿ ਐਸ਼ ਪ੍ਰਸਤੀ ਕਰੀਏ, ਆ ਵੀ ਹੋਵੇ ਪਰ ਸਬਰ ਰੱਖਿਆ ਬੜਾ ਕੁਝ ਮਿਲਦਾ। ਬਾਬਾ ਜੋਰਾਵਰ ਫਤਿਹ ਸਿੰਘ ਨੂੰ ਸੂਬਾ ਕਹਿੰਦਾ ਸੀ ਵਿਆਹ ਕਰੂੰਗਾ, ਜਿਸ ਤੇ ਵੀ ਉਂਗਲ ਰੱਖੋਗੇ ਨਾ ਉਹਦੇ ਨਾਲ ਹੀ ਨਿਕਾਹ ਕਰੋ ਤੁਹਾਡਾ। ਭਾਵੇਂ 5 ਨਿਕਾਹ ਕਰਾਇਓ, ਮਹਿਲ ਦਊਂਗਾ, ਸੇਵਾਦਾਰ ਦਊਂਗਾ, ਜ਼ਗੀਰਾ ਦਊਂਗਾ। ਤੇ ਸਬਰ ਕਿੰਨਾ ਤਕੜਾ। ਬਾਬਾ ਫਤਿਹ ਸਿੰਘ ਕਹਿੰਦੇ ਤੂੰ ਲਾਲਚ ਨਾ ਦੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਤੇਰੇ ਲਾਲਚ ਤੇ ਨਹੀਂ ਅਸੀਂ ਬਦਲਣ ਵਾਲੇ। ਤੂੰ ਸਾਧ ਸੰਗਤ ਦੀ ਸਬਰ ਰੱਖਿਆ ਸੀ ਕਿ ਅੱਜ ਕਥਾ ਉਹਨਾਂ ਦੀਆਂ ਹੋ ਰਹੀਆਂ। ਜਿੰਨੇ ਸਬਰ ਨਹੀਂ ਰੱਖਣਾ ਕਿੰਨੇ ਪੁੱਛਣਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਪੰਡਤ ਜੀ, ਸਾਰੇ ਪੰਡਤ ਸੁਣ ਰਹੇ, ਤੁਸੀਂ ਵੀ ਸੁਣ ਰਹੇ, ਹੁਣ ਧਿਆਨ ਦੇ ਨਾਲ ਗਵਾਈ ਚੱਲੋ। ਭਾਈ ਮਹਾਰਾਜ ਕਹਿੰਦੇ ਜਿਹੜਾ ਇਹਨੂੰ ਪਾ ਲੈਂਦਾ ਉਹਨੂੰ ਆਨੰਦ ਹੀ ਆਈ ਜਾਂਦਾ, ਉਹਦੇ ਮੱਥੇ ਤੇ ਜੋੜੀ ਨਹੀਂ ਆਉਂਦੀ। ਤੇ ਜਦੋਂ ਦੁਨੀਆ ਤੋਂ ਜਾਂਦਾ ਹੈ ਨਾ ਸਨਮਾਨ ਹੈ ਸਭ ਅੰਤਕ ਲੋਕ। ਕਹਿੰਦੇ ਦਰਗਾਹ 'ਚ ਪਾਪੀਆਂ ਨੂੰ ਕੁੱਟ ਪੈਂਦੀ ਹੈ, ਪਰ ਜਿਨ੍ਹਾਂ ਦੇ ਗਲ 'ਚ ਐਸਾ ਜਨੇਊ ਉਹਨਾਂ ਨੂੰ ਫੁੱਲਾਂ ਦੀ ਵਰਖਾ ਹੁੰਦੀ ਹੈ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਅਸ਼ਵਿਤ ਪੂਜੇ ਹੈ ਤੁਮ ਪਾਸੂ ਗਰਮ ਜਪਾਵ ਤੋ ਕ੍ਰਿਤ ਨਾਸੂ। ਮਹਾਰਾਜ ਕਹਿੰਦੇ ਬੋਲ ਪੰਡਤ ਹਰਦਿਆਲ, ਏਦਾਂ ਦਾ ਜਨੇਊ ਹੈ ਤੇਰੇ ਕੋਲ ਜਿਹੜਾ ਤੂੰ ਮੇਰੇ ਗਲ 'ਚ ਪਾ ਦੇ ਤੇ ਮੇਰੇ ਸਾਰੇ ਪਾਪ ਵੀ ਕੱਢ ਦੇ, ਮੈਨੂੰ ਆਨੰਦ ਦੇ ਦੇ। ਆਨੰਦ ਤੇ ਕਹਿੰਦੇ ਤੁਹਾਡੇ ਆਪਣੇ ਕੋਲ ਨਹੀਂ ਹੈ, ਆਪਣੇ ਅੰਦਰ ਨੂੰ ਪੁੱਛ ਕੇ ਵੇਖੋ ਪੰਡਤ ਜੀ। ਤੁਸੀਂ ਤਾਂ ਆਪ ਦੁਖੀ ਰਹਿੰਦੇ ਜੇ, ਘਰ ਦੇ ਵਿੱਚ ਲੜਦੇ ਫਿਰਦੇ, ਚਿੰਤਾ ਜਿਹਦੇ ਲੋਕਾਂ ਦੀਆਂ ਚਿੰਤਾ ਕਿੱਥੋਂ ਦੂਰ ਕਰੋਗੇ। ਤੁਸੀਂ ਤਾਂ ਆਪ ਨਹੀਂ ਅਜੇ ਸੰਪੂਰਨ ਹੋ ਸਕੇ। ਪਾਓ ਜਨੇਊ ਕੋਈ ਏਦਾਂ ਦਾ ਪਤਾ ਤੇ ਸੀ ਪੰਡਤ ਹਰਦਿਆਲ ਨੂੰ, ਪਰ ਜਿਹੜੇ ਦੂਜੇ ਨਾਲ ਆਏ ਸੀ ਬਹੁਤ ਪੜ੍ਹੇ ਲਿਖੇ ਵਿਦਵਾਨ ਬੈਠੇ ਜੀ, ਜਿਨ੍ਹਾਂ ਨੂੰ ਕਈ ਗ੍ਰੰਥ ਦੀਵਾਨੀ ਯਾਦ ਹੈ। ਪੰਡਤ ਹਰਦਿਆਲ ਤਾਂ ਪਹਿਲਾਂ ਹੀ ਪ੍ਰੇਮੀ ਸੀ, ਅੱਖਾਂ ਤਾਂ ਨਾਲ ਦੀਆਂ ਖੋਲਣੀਆਂ ਸੀ। ਕਿਉਂਕਿ ਜਿਹੜੀ ਗੱਲ ਪੰਡਤ ਹਰਦਿਆਲ ਨਹੀਂ ਸੀ ਸਮਝਾ ਸਕਦਾ, ਕਿਉਂਕਿ ਆਪਣਾ ਭਾਈਚਾਰਾ ਆਪਣੇ ਭਾਈਚਾਰੇ ਨੂੰ ਨਹੀਂ ਸਿਖਾ ਸਕਦਾ। ਤੁਹਾਨੂੰ ਪਤਾ ਜਿਸ ਬੱਚੇ ਦੀ ਮੌਮ ਟੀਚਰ ਹੈ ਆਪਣੇ ਬੱਚੇ ਨੂੰ ਨਹੀਂ ਪੜ੍ਹਾ ਸਕਦੀ, ਜਿਹਦਾ ਪਿਤਾ ਪਾਇਲਟ ਆਪਣੇ ਬੱਚੇ ਨੂੰ ਨਹੀਂ। ਇੱਕ ਗੱਲ ਹੋਰ ਕਹਿਦਾ, ਜਿਹਦਾ ਪਿਓ ਕਥਾ ਕੀਰਤਨ ਵਾਲਾ ਆਪਣੇ ਬੱਚੇ ਨੂੰ ਨਹੀਂ ਸਿਖਾ ਸਕਦਾ। ਇਹ ਪੱਕੀ ਗੱਲ ਨੋਟ ਕਰਿਓ। ਇੱਕ ਗੱਲ ਕਿਸੇ ਨੇ ਕਹੀ, ਕੋਈ ਭੈਣ ਵੀਰ ਗੁੱਸਾ ਨਾ ਕਰੇ, ਕਹਿੰਦਾ ਵੀ ਸਾਡੇ ਸਰਕਾਰੀ ਸਕੂਲਾਂ 'ਚ ਮਾਫੀ ਮੰਗ ਕੇ ਕਹਿਣ ਲੱਗਾ ਇਹਦਾ ਸਾਡੇ ਸਰਕਾਰੀ ਸਕੂਲਾਂ 'ਚ ਟੀਚਰਾਂ ਦੀ ਤਨਖਾਹ ਹੈ 70,000 ਤੇ ਉਸ ਟੀਚਰ ਦਾ ਬੱਚਾ ਜਿਹਦੇ ਕੋਲ ਟਿਊਸ਼ਨ ਜਾਂਦਾ ਏ ਉਹਦੀ ਹੈਗੀ 7,000। ਇਹ ਕੀ ਕਹਿੰਦੇ ਜੀ ਵੀ ਜਿਹੜਾ ਇੰਨਾ ਪੜ੍ਹਿਆ ਲਿਖਿਆ ਉਹਨੂੰ ਏਡੀ ਡਿਗਰੀ ਮਿਲੀ ਹੈ, ਉਹਦਾ ਬੱਚਾ ਆਪਣਾ ਤੇ ਟਿਊਸ਼ਨ ਜਾ ਰਿਹਾ 7,000 ਵਾਲੇ, ਉਹ ਹੀ ਗੋਲ ਜਿਹਾ ਕੰਮ ਕਿਉਂ ਲਿਆ? ਸਮਝ ਆਉਣੀ ਚਾਹੀਦੀ ਨਾ ਵੀ ਜਿਹੜਾ ਖੁਦ 70-80,000 ਲੈ ਰਿਹਾ ਤੇ ਉਹਦਾ ਬੱਚਾ ਟਿਊਸ਼ਨ ਉਹਦੇ ਕੋਲ ਜਾਂਦਾ ਜਿਹੜਾ 3500-4000 ਤੇ ਰੱਖਿਆ ਪ੍ਰਾਈਵੇਟ ਸਕੂਲਾਂ ਨੇ। ਤੇ ਰੱਬ ਹੀ ਜਾਣੇ ਆਪਾਂ ਇੱਧਰ ਖਵਾਈਏ ਆਪਣੀ ਕਿਰਪਾ। ਇਹਦੇ ਸਾਡੇ ਦੇਸ਼ ਦਾ ਕੁਛ ਨਹੀਂ ਹੋ ਸਕਦਾ। ਜਿਹੜਾ ਮੰਤਰੀ ਹੈ ਉਹ 0 ਪੜ੍ਹਿਆ, ਅੰਗੂਠਾ ਛਾਪ, ਤੇ ਉਸ ਮੰਤਰੀ ਦਾ ਝੂਠਾ ਚਾਹ ਵਾਲਾ ਕੱਪ ਜਿਹੜਾ ਚੁੱਕਦਾ ਉਹਦੇ ਮੋਢੇ ਤੇ 3 ਸਟਾਰ ਲੱਗੀ। ਸਾਡੇ ਪੰਜਾਬ ਦੀ ਹਾਲਤ ਹੈ, ਕਿੱਥੋਂ ਤਰੱਕੀਆਂ ਕਰ ਜਾਓਗੇ ਗੋਰਿਆਂ ਦੀਆਂ ਰੀਸਾਂ? ਇਹ ਤਾਂ ਰੱਬ ਹੀ ਰੱਖਦਾ ਏ। ਜਿਸ ਬੰਦੇ ਕੋਲ ਗਿਆਨ ਹੈ ਉਹਦੇ ਉੱਤੇ ਉਹ ਬੰਦਾ ਕੁਰਸੀ ਤੇ ਬੈਠਾ ਜਿਹਨੂੰ ਮੂਲ ਮੰਤਰ ਨਹੀਂ। ਕਿਉਂ ਆਪਾਂ ਨਿਗਰੇ ਥੱਲੇ? ਜਿਸ ਬੰਦੇ ਨੇ ਗਾਈਡੈਂਸ ਕਰਨੀ, ਹੁਣ ਪ੍ਰਿੰਸੀਪਲ ਜਿਹੜਾ ਹੈ, ਬਾਕੀ ਸਾਰੇ ਟੀਚਰਾਂ ਤੋਂ ਉਹਨੂੰ ਵੱਧ ਗਿਆਨ ਚਾਹੀਦਾ, ਵੱਧ ਉਹਦੀ ਚਾਹੀਦੀ ਹੈ ਡਿਗਰੀ। ਤੇ ਇਹ ਅੱਜ ਕੰਮ ਉਲਟਾ ਹੈ। ਜਿਸ ਬੰਦੇ ਦੇ ਉੱਪਰ ਵਾਲਾ ਜਿਹਨੇ ਉਹਨੂੰ ਕੰਮ ਦੇਣਾ ਹੈ ਉਹਨੂੰ ਮੂਲ ਮੰਤਰ ਨਹੀਂ ਆਉਂਦਾ, ਤੇ ਜਿਹਨੂੰ ਉਹਨੇ ਥੱਲੇ ਤੋਰਨਾ ਹੈ ਉਹਨੂੰ 26 ਬਾਣੀਆਂ ਜਵਾਨੀ ਯਾਦ ਹੈ। ਸਾਨੂੰ ਚਲਾਉਣ ਵਾਲੇ ਜਿਹੜੇ ਸਰਕਾਰ ਨੂੰ ਮੋਦੀ ਹੈ, ਜਿਹੜਾ ਖੁਦ ਚਾਹ ਪੀਂਦਾ ਕਹਿੰਦਾ ਮੈਂ ਚਾਹ ਬਣਾਉਂਦਾ ਰਿਹਾ ਤੇ ਮਾਂਜ ਕੇ ਰੱਖਦਾ ਕਿ ਨਹੀਂ ਸਾਰਿਆਂ ਨੂੰ। ਸਾਡੀ ਬਦਕਿਸਮਤੀ ਹੈ ਕਿ ਸਾਨੂੰ ਆਪਣਾ ਆਗੂ ਨਹੀਂ ਚੰਗਾ ਚੁਣਨਾ ਹੈ, ਉਸਤਾਦ ਨਹੀਂ ਚੰਗਾ ਲੱਭਾ, ਤਾਂ ਕਰਕੇ ਹਨੇਰੇ ਦੇ ਵਿੱਚ ਰਹਿ ਗਏ। ਬਾਬੇ ਨੇ ਕਿਹਾ ਕਿ ਪੰਡਤ ਜੀ ਬੋਲੋ, ਸਾਰੇ ਨੀਵੀਂ ਕਿਉਂ ਪਾਈ ਹੈ? ਪੰਡਤ ਹਰਦਿਆਲ ਬੜਾ ਪ੍ਰੇਮੀ ਸੀ, ਕਹਿੰਦੇ ਮਹਾਰਾਜ ਤੁਰੇ ਚਲੋ, ਸੁਣਾਈ ਚਲੋ, ਅੱਜ ਸਾਰਿਆਂ ਨੂੰ ਨਿਹਾਲ ਕਰ ਦਿਓ। ਭਰਤ ਸੂਤ ਕੋ ਗ੍ਰੰਥ ਨ
ਪਾ ਲਿਆ ਨਾ ਜਨੇਊ, ਉਹ ਬੰਦੇ ਦਾ ਸਰੀਰ ਤੇ ਮੜੀਆਂ 'ਚ ਸੜ ਜਾਊਗਾ। ਪਾਣੀ ਦੇ ਵਿੱਚ ਉਹਦੇ ਫੁੱਲ ਪੈ ਜਾਣਗੇ। ਜਲ ਜਾਵੇ ਇਹ ਸੰਗ ਨਾ ਜਾਈ, ਇਹਦੇ ਤੁਹਾਡੇ ਵਾਲਾ ਸੂਲ ਤੇ ਜੋ ਸੰਸਕਾਰ ਹੋਇਆ ਨਾਲ ਹੀ ਮੱਚ ਜਾਣਾ ਤੇ ਪਾਣੀ ਤੱਕ ਖਾਕ ਤੇ ਰੁੜ ਜਾਣਾ। ਪਰ ਜਿਹੜਾ ਅਸੀਂ ਜਨੇਊ ਤਿਆਰ ਕੀਤਾ ਏ, ਇਹਨੂੰ ਪਾਣੀ ਤੇ ਅੱਗ ਵੀ ਨਹੀਂ ਸਾੜ ਸਕਦੀ। ਜਾਨੋ ਕੱਚਾ ਕਾਜ ਸੰਸਾਰੂ, ਲੋਕ ਦਿਖਾਵਾ ਕਰਤ ਗਵਾਰੂ। ਸਾਨੂੰ ਮੇਰੇ ਨਾਨਕ ਪਾਤਸ਼ਾਹ ਸਾਨੂੰ ਬਖਸ਼ੇ। ਮਾਰੇ ਕਿੰਨੇ ਪੰਡਤ ਹਰਦਿਆਲ ਜੀ, ਇਹ ਸਾਰਾ ਸੰਸਾਰ ਕੱਚਿਆਂ ਦਾ ਏ। ਇਹਦੇ ਵਿੱਚ ਲੋਕ ਵਿਖਾਵਾ ਲੋਕੀ ਬਹੁਤ ਕਰਦੇ ਧਰਮ ਦਾ, ਪਰ ਧਰਮ ਦਾ ਕੱਖ ਨਹੀਂ ਪਤਾ। ਧਰਮ ਦੇ ਬਾਰੇ ਕਿਸੇ ਨੂੰ ਗਿਆਨ ਨਹੀਂ ਹੈਗਾ, ਸਿਰਫ ਵਿਖਾਵੇ ਹੀ ਹੋ ਰਹੇ ਹੈ। ਧਰਮ ਦੇ ਨਾਮ ਦੇ ਉੱਤੇ ਠੱਗੀਆਂ ਹੋ ਰਹੀਆਂ ਹਨ। ਸੁਨ ਕਰ ਬਚ ਹਰਦਿਆਲ ਰਸਨ, ਪੁਲਕਾਵਤ ਤਨ ਹਰਕ ਵਿਸਾਲਾ। ਔਰ ਕਹਿੰਦੇ ਹਨ ਕਿ ਇਹ ਬੜੇ ਪ੍ਰੇਮ ਦੀ ਗੱਲ ਹੈ ਪੰਡਤ ਹਰਦਿਆਲ ਜੀ, ਜਿਨੇ ਵੀ ਇਸ ਪਿਆਰੇ ਜਨੇਊ ਨੂੰ ਪਹਿਨਣਾ ਕੀਤਾ ਹੈ, ਉਹਦੇ ਪ੍ਰੇਮ ਦੇ ਰੰਗ ਚੜ ਜਾਂਦੇ। ਹੁਣ ਪੰਡਤ ਹਰਦਿਆਲ ਨੂੰ ਤਾਂ ਪਹਿਲਾਂ ਹੀ ਰੰਗ ਚੜਿਆ। ਮਹਾਰਾਜ ਜਿਵੇਂ ਜਿਵੇਂ ਕਥਾ ਸੁਣਾ ਰਹੇ ਨੇ, ਜਨੇਊ ਦੇ ਬਾਬਤ ਤੋਂ ਤਾਂ ਝੂਟੇ ਲੈਣ ਲੱਗ ਪਿਆ, ਆਨੰਦ ਆਉਣ ਲੱਗ ਪਿਆ। ਮੈਂ ਪੂਰਬ ਜੋ ਗਿਰਾ ਉਮਾਚੀ, ਬਿਨ ਸੰਸੈ ਸੋ ਕੀ ਸਭ ਸਾਚੀ। ਇਸ ਕਰਕੇ ਬੜਾ ਪ੍ਰੇਮ ਦੇ ਵਿੱਚ ਕਹਿੰਦੇ ਉੱਠ ਕੇ ਖੜੋ ਗਿਆ, ਆਖੋ ਸਤਿਨਾਮ। ਉਹ ਤੋਂ ਰਹਿ ਨਹੀਂ ਹੋਇਆ, ਉਹਨੂੰ ਕੋਈ ਪਕੜ ਨਹੀਂ ਸਕਿਆ। ਸਾਰੇ ਬੈਠੇ ਤੇ ਪੰਡਤ ਉੱਠ ਕੇ ਖਿੜ ਗਿਆ, ਕਿਉਂਕਿ ਜਦੋਂ ਫੁੱਲ ਖਿੜਦਾ ਹੈ ਤੇ ਆਪਣਾ ਆਕਾਰ ਵਧਾਉਂਦਾ ਹੈ, ਜਦੋਂ ਸੂਰਜ ਚੜ੍ਹਦਾ ਹੈ ਤੇ ਆਪਣਾ ਆਕਾਰ ਵਧਾਉਂਦਾ ਹੈ। ਤੇ ਉਹਦੇ ਅੰਦਰੋਂ ਇਹ ਗੱਲ ਨਿਕਲ ਹੀ ਗਈ, ਚੁੱਪ ਕਰਦਿਆਂ ਕਰਦਿਆਂ, ਕਿਉਂਕਿ ਜਦੋਂ ਖਿੱਚ ਪੈਂਦੀ ਫਿਰ ਨਿਕਲ ਆਉਂਦੀ। ਕਹਿੰਦੇ ਮਹਾਰਾਜ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਪਟਵਾਰੀ ਸਾਹਿਬ ਨੂੰ, ਪਰ ਇਹ ਕਿੱਥੇ ਮੰਨਦਾ ਹੀ। ਮਹਾਰਾਜ ਮੇਰੇ ਤੇ ਪਿਆਰ ਤੇ ਸ਼ੱਕ ਨਾ ਕਰਿਓ। ਅਕਲੇ ਮਿਰਲੇ ਬਹੁ ਅਨਜਾਨਾ, ਜੇ ਬਚ ਸੁਨ ਮਮ ਮਨ ਠਹਿਰਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਤਾਂ ਆਪ ਰੱਬ ਹੋ, ਪਰ ਮੈਂ ਕੀ ਕਰਾਂ, ਇਹ ਦੁਨੀਆ ਦੇ ਵਿੱਚ ਥੋੜੇ ਹੀ ਆ ਜਿਹੜੇ ਤੈਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਆ, ਜਿਹੜੇ ਤੇਰੀ ਮੰਨਣ ਵਾਲੇ ਆ। ਜੇ ਇੱਕ ਗੁਰ ਕੀ ਗੁਰਾ ਇੱਕ, ਕਹਿੰਦੇ ਇਹ ਸਿੱਖਿਆ ਗੁਰੂ ਜੀ ਜੇ ਕੋਈ ਸੁਣ ਲਵੇ ਤਾਂ ਫੇਰ ਹੈ, ਜੇ ਗੱਡੀਆਂ ਲੱਗਣੀਆਂ ਪੜ ਪੜ ਕੇ ਗਿਣਤੀਆਂ ਕਰਨੀਆਂ ਤੇ ਫਿਰ ਕੁਝ ਨਹੀਂ ਹੋਏਗਾ। ਇਸ ਕਰਕੇ ਮਹਾਰਾਜ ਜੀ ਬਹੁਤ ਥੋੜੀਆਂ ਰੂਹਾਂ ਜਿਹੜੀਆਂ ਸੁਣ ਕੇ ਮੰਨਦੀਆਂ, ਸੁਣਨ ਵਾਲੇ ਤੇ ਸੁਣਾਉਣ ਵਾਲੇ ਤੇ ਪੜ੍ਹਨ ਵਾਲਿਆਂ ਦੀ ਬਹੁਤ ਗਿਣਤੀ ਹੈ। ਕਰੋੜਾਂ ਦੀ ਗਿਣਤੀ 'ਚ ਲੋਕ ਪੜ੍ਹਦੇ ਸੁਣਦੇ ਤੇ ਕਹਿੰਦੇ, ਪਰ ਮੰਨਦਾ ਕੋਈ ਨਹੀਂ ਹੈ। ਮਹਾਰਾਜ ਤੇਰੇ ਮੰਨਣ ਵਾਲੇ ਤੇ ਪੋਟਿਆਂ ਦੇ ਗਿਣਨ ਵਾਲੇ ਹਨ। ਐਸੋ ਕਿਰਤਾਰਤ ਬੰਸ ਸਮੇਤਾ, ਪਾਜ ਜਮਾਨ ਬ੍ਰਹਮੰਡ ਨਿਕੇਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਧੰਨ ਇਸ ਧਰਤੀ ਨੂੰ ਵੀ ਆ ਕੇ ਅੱਧੇ ਧਿਆਨ ਨਾਲ ਸੁਣ ਰਹੇ, ਬਾਕੀ ਕਿੱਥੇ ਆ। ਜਿਹੜਾ ਸਰੋਤਾ ਹੁੰਦਾ ਵਿੱਚ ਰੱਖਿਆ ਕਰੋ ਖਿਆਲ, ਜਿਹੜਾ ਸੁਰਤੀ ਤਾਂ ਬੋਲਣੇ ਆਪੇ ਬੋਲਿਆ ਜਾਣਾ ਤੁਹਾਡੇ ਤੋਂ। ਇਹਦੇ ਮਹਾਰਾਜ ਤੁਸੀਂ ਧੰਨ ਤੇ ਧਰਤੀ ਨੂੰ ਵੀ ਧੰਨ ਕਰਨ ਆਏ ਹੋ। ਤੇ ਅੱਜ ਸਾਨੂੰ ਵੀ ਸਤਿਗੁਰੂ ਆ ਬਚਨ ਕਿੰਨੇ ਦੱਸਣੇ ਸੀ, ਇਹਨਾਂ ਨੂੰ ਕਿ ਖੁਦ ਨਹੀਂ ਪਤਾ ਜਿਹੜੇ ਜਨੇਊ ਪਾਉਂਦੇ ਵੀ ਜਨੇਊ ਦੇ ਅਰਥ ਕੀ ਹੈ, ਇਹਦਾ ਕੀ ਹਿਸਾਬ ਕਿਤਾਬ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ ਜਿੱਦਾਂ ਇੱਕ ਦਿਨ ਕਿਸੇ ਨੇ ਪਾਈ, ਉਹ ਕਹਿੰਦਾ 37 ਤੇ 1157 ਹੁੰਦੇ ਆ, ਆਖੋ ਸਤਿਨਾਮ। ਇਹ ਕਹਿੰਦੇ ਸਿੱਖਿਆ ਮੰਤਰੀ ਹੈ ਸਾਡਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਰਾਖੇ ਨੇ ਦਇਆ ਦੇ ਦਾਤੇ। ਮਹਾਰਾਜ ਕਹਿੰਦੇ ਧੰਨ ਸਤਿਗੁਰੂ ਜੀ, ਅੱਜ ਨਾ ਇੰਨੀ ਕੁ ਕਿਰਪਾ ਕਰਦੇ, ਦੁਨੀਆ ਤਾਂ ਹਨੇਰੇ 'ਚ ਹੀ ਬੈਠੀ। ਇਹ ਧਾਗੇ ਪਾਈ ਜਾਂਦੇ ਸੀ ਤੇ ਲੋਕੀ ਪਾਈ ਜਾਂਦੇ ਐ, ਤੇ ਅੱਜ ਕਿਹੜਾ ਹਟ ਗਿਆ। ਉਹ ਐਸੂ ਕਈ ਨੇ ਬਾਬਾ ਧਾਗਾ ਮੈਂ ਹੋਇਆ ਤੇਰੇ ਢਿੱਡ ਜੁੜੇ, ਅਸੀਂ ਕਿਤੇ ਮਰਜੀ ਜਾਈਏ ਤੈਨੂੰ ਕੀ ਲੱਗੇ। ਤੇ ਬਾਬੇ ਨਾਨਕ ਨੂੰ ਵੀ ਉੱਥੇ ਕਈਆਂ ਨੇ ਕਿਹਾ ਹੋਣਾ ਕਿ ਬਾਬਾ ਤੇਰੇ ਢਿੱਡ ਜੁੜਦੀ, ਕਿ ਅਸੀਂ ਜਨੇਊ ਪਾਏ ਨਾ ਪਾਏ, ਪਰ ਬਾਬਾ ਪ੍ਰਵਾਹ ਥੋੜਾ ਕਰਦਾ ਸੀ। ਬਾਬਾ ਤੇ ਅਕਾਲ ਦਾ ਸੁਨੇਹਾ ਦੇਣ ਆਇਆ ਸੀ। ਫਕੀਰਾਂ ਦਾ ਕੰਮ ਹੁੰਦਾ ਸੱਦਾ ਦੇਣਾ। ਹੁਣ ਆਪਾਂ ਕੰਮ ਵਾਲੀ ਨੂੰ ਕਹਿੰਦੇ ਵੀ ਕੱਲ ਨੂੰ ਵਿਆਹ ਵਾ ਤੇ ਜਾ ਸੱਦਾ ਦੇ ਗਿਆ, ਉਹਦਾ ਫਰਜ਼ ਹੈ ਸਾਰੇ ਪਿੰਡ 'ਚ ਸੱਦਾ ਦੇਣਾ। ਆਉਣਗੇ ਤੇ ਹੋਈ ਨਾ ਜਿਨ੍ਹਾਂ ਦੇ ਤੂੰ ਗਿਆ। ਦੂਜਾ ਸਾਡੇ ਕਿਹੜਾ ਹੈ, ਅਸੀਂ ਦੱਸੇ ਹੋਗੇ ਵੀ ਆ ਕੇ ਚੱਲੀਏ ਇਹਦੇ ਘਰੇ। ਇਸ ਕਰਕੇ ਗੁਰਬਾਣੀ ਦਾ ਕਥਾ ਵਾਚਕ ਦਾ ਕੀਰਤਨ ਵਾਲੇ ਦਾ ਫਰਜ਼ ਹੈ ਸੁਨੇਹਾ ਦੇਣਾ। ਜਿਹਦਾ ਚਿੱਤ ਮਨੂ ਆਜੂ,
ਜਿਹਦਾ ਗੁੱਸੇ ਉਹਨੇ ਨਹੀਂ ਹੋਣਾ। ਤੋ ਇਸ ਕਰਕੇ ਬਾਬੇ ਨਾਨਕ ਨੇ ਡੰਕਾ ਵਜਾ ਦਿੱਤਾ। ਪੰਡਤ ਹਰਦਿਆਲ ਤਾਂ ਇੰਨਾ ਕਰਾਸਨਾ ਭਰਿਆ, ਉੱਠ ਕੇ ਖਲੋ ਗਿਆ ਤੇ ਸਾਰੀ ਸੰਗਤ ਵਿੱਚ ਪਰਿਵਾਰ ਬੈਠਾ ਸੀ ਵਿਹੜੇ 'ਚ। ਮਹਿਤਾ ਕਾਲੂ ਜੀ ਦੇ ਪੰਡਤ ਵੀ ਬੈਠੇ ਤੇ ਜਦੋਂ ਕਿਸੇ ਨੂੰ ਪ੍ਰੇਮ ਆਉਂਦਾ ਉਹ ਫਿਰ ਸੰਗ ਦਾ ਥੋੜ੍ਹੀ ਹੈ, ਉਹ ਤਾਂ ਆਪਣੀ ਦੁਨੀਆ 'ਚ ਗਵਾਚ ਜਾਂਦਾ ਹੈ। ਜੋ ਕੋਈ ਆਨੰਦ ਮਗਨ ਮੁਖ ਬੋਲ ਨ ਆਵਾ, ਸੁਨਨ ਬਚਨ ਰੁਚ ਉਪਜਾਵਾ। ਸੱਚੇ ਪੰਡਤ ਹਰਦਿਆਲ ਇੰਨਾ ਆਨੰਦ ਵਿੱਚ ਆ ਗਿਆ, ਇਹ ਮੁਹੱਬਤ ਦੇ ਬੋਲ ਬੋਲ ਕੇ ਤੇ ਚੁੱਪ ਕਰ ਗਿਆ। ਹੋਰ ਕੁਛ ਨਹੀਂ ਬੋਲਦਾ, ਬਸ ਸਰੀਰ ਏਦਾਂ ਲੱਗ ਰਿਹਾ ਜਿਵੇਂ ਕਿਸੇ ਰਸਤੇ ਨਾਲ ਭਰ ਗਿਆ। ਅਨੰਤ ਜੀ ਦ੍ਰਿਜ ਬੈਸੇ ਸੁਭ ਨੀਤੀ, ਸੋ ਬੋਲੇ ਲਖ ਪਾਛਲ ਰੀਤੀ। ਔਰ ਇਹਦੇ ਫਿਰ ਕੀ ਹੋਇਆ, ਜਿਹੜੇ ਲਾਗੇ ਸੁਣਨ ਵਾਲੇ ਸੀ ਉਹ ਕਹਿੰਦੇ ਪੰਡਤ ਜੀ ਬੋਲੋ, ਤੁਹਾਡਾ ਕਰਕੇ ਤੇ ਗੁਰੂ ਨਾਨਕ ਸਾਹਿਬ ਸੁਣਾ ਰਹੇ, ਤੁਸੀਂ ਹੁੰਗਾਰਾ ਭਰਦੇ, ਤੁਹਾਨੂੰ ਆਗੂ ਬਣਾਇਆ ਸੀ ਤੇ ਤੁਸੀਂ ਕਹੋ ਹੋਰ ਸੁਣਨਾ ਸੀ। ਵੇਖੋ ਕਿੰਨਾ ਪਿਆਰ ਹੋ ਗਿਆ। ਸੱਚੀ ਗੱਲ ਸੁਣਨਾ ਸਾਰੇ ਚਾਹੁੰਦੇ ਪਰ ਕੋਈ ਸੁਣਾਉਂਦਾ ਹੀ ਪਹਿਲੇ ਡਰ ਜਾਈਦਾ, ਦੱਬ ਜਾਈਦਾ ਕਿ ਭਾਈ ਆਪਾਂ ਨੂੰ ਕੀ ਲੋੜ ਬੁਰੇ ਬੰਦੇ, ਬੁਰੇ ਤਾਂ ਬਣਨਾ ਹੀ ਪੈਣਾ। ਜੇ ਤਾਂ ਰੱਬ ਦੀ ਕਦਰ ਕਰਨੀ ਤੇ ਫਿਰ ਇਹ ਭੁੱਲ ਜਾਓ ਕਿ ਤੁਹਾਨੂੰ ਕੋਈ ਪਿਆਰ ਕਰੂਗਾ। ਜੇ ਦੁਨੀਆ ਦਾ ਪਿਆਰ ਲੈਣਾ ਤੇ ਫਿਰ ਝੂਠ ਮਾਰਨੇ ਪੈਣੇ, ਫੜ ਫੜ ਕੇ ਵੱਡੇ ਵੱਡੇ ਝੂਠ, ਜਿਹੜੇ ਲਾਗੀ ਢਾਡੀ ਦੀ ਕਥਾਵਾਂ ਮਾਰਦੇ ਸੀ। ਕਿਉਂਕਿ ਜਦੋਂ 55,100,11,000 ਤੁਸੀਂ ਲਿਫਾਫੇ 'ਚ ਪਾ ਕੇ ਦਿੰਦਾ ਤੇ ਬਾਪੂ ਤੁਹਾਡੇ ਨੂੰ ਸੱਚਖੰਡ ਨਾ ਛੱਡ ਕੇ ਆਏ ਤੇ ਮੈਨੂੰ ਕਿਉਂ ਕਹਿਣਗੇ, ਬਾਹਰ ਚੰਗਾ ਸੀ, ਧਰਮੀ ਸੀ, ਭਾਂਡੇ ਮਾਂਜਦਾ ਸੀ, ਸੇਵਾ ਕਰਦਾ ਸੀ, ਮਹਾਰਾਜ ਸਾਰੇ ਪਿੰਡ ਦਾ ਭਲਾ ਸੋਚਦਾ ਸੀ, ਕੌਲੀ ਆਪਣੀ ਨਹੀਂ ਮੇਰੇ ਮਾਜੀ। ਇਸ ਕਰਕੇ ਮਹਾਰਾਜ ਜੀ ਰਾਖਾ ਕੂਲ ਫਿਰੇ ਪ੍ਰਧਾਨ ਦੇ ਲਾਲੂ ਦੁਨੀਆ ਸੁਣਦੀ ਹੈ। ਇਹਦਾ ਗੁਰੂ ਦੀ ਕਥਾ ਸੁਣਾਵੇ ਉਹਨੂੰ ਸਾਦਾ ਹੀ ਕੋਈ ਨਹੀਂ। ਤੁਹਾਨੂੰ ਪਤਾ ਕ੍ਰਿਸ਼ਨ ਤੇ ਸੁਦਾਮਾ ਇਕੱਠੇ ਪੜ੍ਹੇ ਤੇ ਕਹਿੰਦੇ ਵੀ ਸੁਦਾਮੇ ਨੂੰ ਗਿਆਨ ਕ੍ਰਿਸ਼ਨ ਭਗਵਾਨ ਤੋਂ ਜ਼ਿਆਦਾ ਸੀ, ਪਰ ਉਹਦੀ ਕਮਜ਼ੋਰੀ ਇਹ ਸੀ ਕਿ ਉਹਨੂੰ ਗਿਆਨ ਜ਼ਿਆਦਾ ਸੀ ਪਰ ਮੈਂ ਤੇ ਬੋਲਣਾ ਨਹੀਂ ਸੀ ਆਉਂਦਾ। ਜਦੋਂ ਬੁਲਾਰਾ ਬੋਲਦਾ ਹੈ ਤੇ ਉਹਨੂੰ ਕਈ ਗੱਲਾਂ ਦਿਮਾਗ ਵਿੱਚ ਲਾ ਕੇ ਧਿਆਨ ਦੇਣਾ ਪੈਂਦਾ ਹੈ ਵੀ ਇੱਧਰ ਨੂੰ ਨਾ ਲੱਗ ਜੇ, ਇੱਧਰ ਨੂੰ ਨਾ ਲੱਗ ਜੇ ਤੇ ਬਾਪੂ ਨੂੰ ਨਾ ਗਲਤ ਬੋਲਿਆ ਜਾਵੇ। ਬੜਾ ਸੋਚ ਸੋਚ ਕੇ ਮੂੰਹ ਚੋਂ ਗੱਲ ਕੱਢਣੀ ਪੈਂਦੀ ਹੈ ਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਸੰਗਤ ਨੂੰ ਖੁਸ਼ ਕਰਦਾ ਕਰਦਾ ਇੱਧਰੋਂ ਕਰੋਪੀ ਹੋ ਜੇ ਤੇ ਕਈ ਵਾਰੀ ਇਹਦਾ ਵਜਨ ਕਹਿਣਾ ਕਿ ਤੁਹਾਨੂੰ ਤਾਂ ਥੋੜਾ ਜਿਹਾ ਨਾਰਾਜ਼ ਹੋਣਾ ਹੀ ਪੈਣਾ। ਤੋ ਇਸ ਕਰਕੇ ਮਾਰੇ ਕਿਰਪਾ ਕਰੇ। ਉਹਦਾ ਸੁਭਾਅ ਏਦਾਂ ਦਾ ਸੀ, ਉਹਦੇ ਕੋਲ ਗਿਆਨ ਬੜਾ ਸੀ। ਫਿਰ ਉਹਨੂੰ ਜਦੋਂ ਕੋਈ ਸਾਦਾ ਸੀ ਨਾ ਉਹ ਤਰੀਕੇ ਨਾਲ ਨਹੀਂ ਸਿੱਧਾ ਹੀ ਸਪਸ਼ਟ ਹੀ ਹੋ ਜਾਂਦਾ ਸੀ। ਇਸ ਕਰਕੇ ਉਹਨੂੰ ਲੋਕਾਂ ਨੇ ਸੱਦਣਾ ਹੀ ਬੰਦ ਕਰਤਾ। ਕਹਿਣ ਲੱਗੇ ਤਾਂ ਬੀਬੀਆਂ ਕਰਦਾ ਹੈ ਤੇ ਜਦੋਂ ਮੁੱਖ ਮੋੜ ਲਿਆ ਗਰੀਬੀ ਇੰਨੀ ਕਾ ਗਈ, ਕੱਪੜੇ ਪਾੜ ਗਏ, ਛੱਤ ਚੋਣ ਲੱਗ ਪਈ। ਕਿਸੇ ਦਿਨ ਸੁਣਾਵਾਂਗੇ ਸਾਰੀ ਕਥਾ। ਮੈਂ ਗੱਲ ਕਰਦਾ ਕਿ ਜੇ ਦੁਨੀਆ ਖੁਸ਼ ਕਰਨੀ ਤੇ ਫਿਰ ਤੁਹਾਡੇ ਨਾਂਦੀ ਹੈ। ਫਿਰ ਤੁਹਾਨੂੰ ਗੱਡੀਆਂ ਅੱਜ ਜਿਹੜੇ ਸਿਆਣੇ ਸੁਣੇ ਡੇਰੇ ਡੂਰੇ ਕਿੰਨੇ ਅਮੀਰ ਹੈ, ਕਿਉਂਕਿ ਉਹਨਾਂ ਸੱਚ ਥੋੜਾ ਕਿਸੇ ਨੂੰ ਦੱਸਣਾ। ਉਹਨਾਂ ਤੁਹਾਨੂੰ ਕਹਿਣਾ ਵੀ ਦਾੜੀ ਕਟਾਓ, ਸ਼ਰਾਬ ਵੀ ਪੀਣਾ ਕਰੋ, ਜਿੱਥੇ ਮਰਜ਼ੀ ਜਾਓ, ਬਸ ਤੁਸੀਂ ਸ਼ਬਦ ਅਭਿਆਸ ਕਰਨਾ, ਤੁਹਾਨੂੰ ਮੁਕਤੀ ਮਿਲ ਜਾਣੀ। ਆਪ ਤਾਂ ਮੁਕਤ ਨਹੀਂ ਹੋਈ। ਇਸੇ ਕਰਕੇ ਦੁਨੀਆ ਦੀ ਭੀੜ ਜਾਦੀ ਕਹਿੰਦੇ ਬਾਬਾ ਜੀ ਤੁਸੀਂ ਤੇ ਦਬਕੇ ਮਾਰਦੇ ਆ, ਤੁਹਾਡੀ ਤੇ ਮਰਜ਼ਾਦਾ ਹੀ ਬੜੀ ਕਰਦੀ ਹੈ। ਅਸੀਂ ਜੇ ਉੱਥੇ ਜਾਂਦੇ ਉਹ ਕਹਿੰਦੇ ਭਾਵੇਂ ਦੋ ਧਾਗੇ ਵੱਲੋਂ ਭਾਵੇਂ ਗਿੱਟਿਆਂ ਤੱਕ ਭਰ ਲਓ, ਸਾਰੇ ਘਰ 'ਚ ਵੀ ਪਾਈ ਫਿਰੋ, ਕੋਈ ਮਤਲਬ ਨਹੀਂ। ਭਾਵੇਂ ਬੀੜੀ ਪੀਓ, ਪੀੜਾ ਲਓ, ਬਸ ਤੁਸੀਂ ਸ਼ਬਦ ਲੈ ਲਓ, ਸ਼ਬਦ ਕਮਾਇਓ। ਜੋ ਫਿਰ ਖੁਸ਼ ਹੋ ਕੇ ਕੀ ਕਰਦੇ, 1 ਲੱਖ ਰੁਪਈਆ ਬਾਬਾ ਜੀ ਇਹ ਤੁਹਾਡੀ ਸੇਵਾ। ਬਾਬਾ ਵੀ ਖੁਸ਼ ਤੇ ਸੰਗਤ ਵੀ ਖੁਸ਼। ਤੇ ਜਿੰਨੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਸੱਚ ਦੀ ਗੱਲ ਕਰਨੀ, ਉਹਨੂੰ ਪੈਰਾਂ ਤੋਂ ਜੁੱਤੀ ਵੀ ਮਿਲਣੀ ਹੈ। ਮਾਰੇ ਸੱਚ ਤੇ ਤੁਰੇ ਸੀ, ਕੀ ਮਿਲਿਆ? ਮਾਂ ਗਵਾਈ, ਪਿਓ ਗਵਾਇਆ, ਅਨੰਦਪੁਰ ਦਾ ਕਿੱਡਾ ਸੋਹਣਾ ਘਰ ਗਵਾਇਆ, ਸੋਹਣੇ ਸੋਹਣੇ ਪੁੱਤ ਗਵਾਲੇ। ਮਹਾਰਾਜ ਜੀ ਆਪਣੇ ਖੱਪਰ ਨਹੀਂ ਪਾ ਸਕੇ। ਉਹ ਮਾਛੀਵਾੜੇ ਦੇ ਜੰਗਲ 'ਚ ਇੰਨਾ ਕਿ ਲੱਤਾਂ ਮਹਾਰਾਜ ਦੀਆਂ ਸੁੱਜ ਗਈਆਂ। ਜਦੋਂ ਤੁਰ ਕੇ ਗੁਲਾਬੇ ਦੇ ਖੂਹ ਨੂੰ ਚੱਲੇ ਤੇ ਸਤਿਗੁਰੂ ਮੂੰਹ ਕਰਨੇ ਡਿੱਗ ਪਏ। ਇਤਿਹਾਸ ਕਹਿੰਦਾ ਭਾਈ ਮਾਨ ਸਿੰਘ ਜੀ ਰੋ ਪਿਆ, ਕਹਿੰਦੇ ਮਹਾਰਾਜ ਬਾਦਸ਼ਾਹ ਕਹਿੰਦੇ ਏਦਾਂ ਕਰ ਪੁੱਤ, ਸਾਡੇ ਕੋਲ ਘੋੜਾ ਨਹੀਂ, ਤੂੰ ਘੋੜਾ ਬਣ। ਅੱਜ ਵੀ ਮਾਛੀਵਾੜੇ ਰੋਣ ਨਿਕਲਦਾ ਸੀ ਉਸ ਪਿਓ ਦੇ ਬੱਚੇ ਆ। ਤੇ ਮਹਾਰਾਜ ਸਾਹਿਬ ਨੂੰ ਮੋਢਿਆਂ ਤੇ ਚੁੱਕ ਕੇ ਭਾਈ ਮਾਨ ਸਿੰਘ ਗੁਲਾਬੇ ਦੇ ਖੂਹ ਤੇ ਲੈ ਕੇ ਗਏ। ਸਤਿਗੁਰੂ ਦਾ ਸਰੀਰ ਇੰਨਾ ਸੁੱਜ ਗਿਆ, ਕਿਹਦੇ ਵਾਸਤੇ? ਆਪਣੇ ਵਾਸਤੇ। ਆਈ ਰਾਹਾਂ ਵਿੱਚ ਦੁੱਖ ਪਹਾੜ ਜਿੱਡੇ, ਢਿੱਲੀ ਪਈ ਪਰ ਤੇਰੀ ਰਫਤਾਰ ਵੀ ਨਾ। ਜਿਹੜਾ ਸਰਸਾ ਦੇ ਕੰਢੇ ਤੇ ਵਿਛੜਿਆ ਸੀ, ਚੇਤੇ ਆਇਆ ਉਹ ਤੈਨੂੰ, ਪਰਿਵਾਰ ਵੀ ਨਾ। ਹੌਲਾ ਭਾਰ ਸੰਸਾਰ ਦਾ ਕਰਨ ਬਦਲੇ, ਹੱਥੀਂ ਪੁੱਤਾਂ ਦਾ ਕੀਤਾ ਸੰਸਕਾਰ ਵੀ।
ਮੇਰੇ ਗੁਰੂ ਗੋਬਿੰਦ ਸਿੰਘ ਨੂੰ ਮੌਕਾ ਹੀ ਨਹੀਂ ਮਿਲਿਆ ਆਪਣੇ ਪੁੱਤਾਂ ਨੂੰ ਸੰਸਕਾਰ ਕਰਨ ਦਾ। ਸਾਡੇ ਜ਼ਰੂਰ ਕੀਤੇ ਸੀ ਮੁਕਤਸਰ ਸਾਹਿਬ ਜਾ ਕੇ ਚਾਵਾਂ ਦੇ ਨਾਲ। ਇਸ ਕਰਕੇ ਕਿਤੇ ਕਿਤੇ ਬਾਪੂ ਦੀ ਜਦੋਂ ਯਾਦ ਆ ਜਾਂਦੀ ਫਿਰ ਗੱਲਾਂ ਕਹਿਣ ਤੋਂ ਸੰਕੋਚ ਜਿਹਾ ਨਹੀਂ ਕਰੀਦਾ। ਮਨਾ ਕੀਤਾ ਸਵੇਰੇ ਨਹੀਂ ਉੱਠਣਾ, ਬਾਪੂ ਤੇ ਸਾਂਭੂਗਾ, ਉਹਦੀ ਬਾਤ ਜ਼ਰੂਰ ਪਾਉਣੀ ਚਾਹੀਦੀ। ਗੱਲ ਇੰਨੀ ਹੈ ਵੀ ਜਿਹੜਾ ਗੋਲੀ ਜਾਂ ਟੀਕਾ ਇੱਕ ਵਾਰੀ ਦਰਦ ਕਰਦਾ ਭੈਣੋ ਵੀਰੋ ਪਰ ਆਰਾਮ ਆ ਜਾਂਦਾ, ਜਿਹੜੀ ਕੌੜੀ ਦਵਾਈ ਹੋਵੇ ਉਹ ਫਾਇਦਾ ਕਰ ਦਿੰਦੀ ਹੈ। ਇਸ ਕਰਕੇ ਇਸ ਘਰੋਂ ਤੋਂ ਸੱਚ ਦੀ ਆਵਾਜ਼ ਆਉਣੀ ਹੈ, ਕਿਸੇ ਨੂੰ ਪਸੰਦ ਆ ਜਾਂਦੀ, ਕਿਸੇ ਨੂੰ ਨਹੀਂ ਆਉਂਦੀ। ਕੋਈ ਹੁੰਦੇ ਹੈ ਉਹ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਉਹ ਫਿਰ ਦੁਬਾਰਾ ਤੋਂ ਗੁਰੂ ਘਰ ਨਹੀਂ ਆਉਂਦੇ, ਹਟ ਜਾਂਦੇ ਆ। ਕਈਆਂ ਨੂੰ ਮੈਂ ਮਿਲਿਆ, ਪਤਾ ਲੱਗ ਹੀ ਜਾਂਦਾ ਬੰਦੇ ਦਾ ਪਹਿਲੇ ਉੱਠਿਆ। ਜਿਹੜੇ ਦੂਰੋਂ ਆ ਕੇ ਮਿਲਦੇ ਸੀ ਆਵਾਜ਼ ਮਾਰ ਕੇ ਉਹ ਫਿਰ ਮੂੰਹ ਨੀਵਾਂ ਕਰਕੇ ਲੰਘਦੇ, ਉੱਥੋਂ ਜੱਜਮੈਂਟ ਹੋ ਜਾਂਦਾ ਵੀ ਇਸ ਬੰਦੇ ਨੂੰ ਲੱਗ ਗਈ ਆ। तुम्हारे सच्चे पातशाह कृपा दे सागर रहमत करन वाले किले कबीर दीन गवाया। महापुरख पढ़ते हुए सी दीन नी गवाईदा दुनिया दे पिछे लग के, दीन नी गवाईदा दुनिया दे पिछे लग के, दीन नहीं गवाईदा दुनिया दे पिछे लग के, दीन नहीं गवाईदा दुनिया दे पिछे लग के, दीन नहीं गवाईदा लोकां दे पिछे लग के, दीन नहीं गवाईदा दुनिया दे पिछे लग के, दीन नहीं गवाईदा लोकां दे पिछे लग के, दीन नहीं गवाईदा दुनिया दे पिछे लग के। दया दे सागर सतगुरु मेहर करना सिमर भुलां तो माफ कर देनी। गुरु दे बचन जान के ढोली च पाउणे, मेरियां भुलां मैनूं दे जाण। सतगुरु दा बहुत वड्डा किरत जे संगते, जिहड़ा अज आपां जनेऊ पाया ये कोई ला थोड़ा लऊगा। घड़ियां लै जाणियां, छापां लै जाणियां, अंगूठे लग जाने, जमीनां ते सारा कुछ खोलना अपने। जिद्दां मैं कल कहा सी ना वीर रोवे अमेरिका च, कहंदा $1.5 लाख मैं घर भेजिया ते अज मेरे कोल कुछ नहीं। $1.5 ते अज मेरा सारा शरीर डॉक्टरां ने चीता पिया सेवे है। ते मैं सुनना है कि इदां दीयां रूहां नूं वेख के बड़ा सकून आउंदा कि सतगुरु नहीं जो तू सानूं दिता होर किसी नूं दिता ही नहीं। जिन्हों मारे तंदुरुस्ती दिती ना भैणों वीरो, रोटी अद्धी खा लो, कपड़े पाटे पा लो, एक तंदुरुस्ती एक संगत विच जगह, ये दो चीज़ां भागां तो बिना नहीं मिलदियां। बाकी आई चलाई तो रब ने की है। सो मारे कृपा करन दया करना। गुरु नानक साहिब जी के दिते हुए इस प्यारे ने तोहफे को अज आपां सुनिया भी है ते पहनण नूं टाइम लगना थोड़ा जिहा। जे मैं कहदा भी आपां पहन लिया तो ये शब्द नहीं ढुकवा, आपां सुनिया जे पहनण नूं टाइम लगना, क्योंकि दया संतोख जत टाइम करना पैना ते सच बोलना पैना, भावें कौड़ा जिहा गई है। इस करके मारे सच्चे पातशाह दया आप ही करन, क्योंकि वो ही कर सकता सारा। आपां तो नहीं होना, क्योंकि आपां किसी गुस्से च सच बोलना भी चाहुंदे आ, पर मजबूरी बोलन नहीं दिंदी। मजबूरी चुप कराउंदी भी जे तू बोल पिया कि हाथ तो बोलेगा बच्चे कितना पालने। ते गुरु साहब पहरा दे गए, क्योंकि पूरे सी पूरियां दीयां गल्लां पूरियां सी। आपां अरदास कर सकदे, महाराज कृपा करो जिन्नी जोगे ना भुल्ली ना विसरी। वाहिगुरू जी का खालसा।